हाँ जी बेटे, सत श्री अकाल सारिਆਂ ਨੂੰ जी। गुड मॉर्निंग। सब तो पहला गुड ਅਸੀਂ मॉर्निंग। ਸਾਡਾ ਲੈਸਨ गुड मॉर्निंग टू ऑल, सत श्री अकाल। ਤੇ ਸਾਡਾ ਬੇਟੇ ਲੈਸਨ ਚੱਲ ਰਿਹਾ ਦਾ ਪੋਲੀਟੀਕਲ ਸਿਸਟਮ ਦੇ ਲੈਸਨ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਸ਼ੁਰੂਆਤ ਦੇ ਵਿੱਚ ਇਹ ਦੱਸਿਆ ਸੀ ਕਿ ਪੋਲੀਟੀਕਲ ਸਿਸਟਮ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ, ਪੋਲੀਟੀਕਲ ਜਮਾ ਸਿਸਟਮ। ਫਿਰ ਅਸੀਂ ਪੋਲੀਟੀਕਲ ਦਾ ਅਰਥ ਕੀਤਾ, ਉਸ ਤੋਂ ਬਾਅਦ ਅਸੀਂ ਸਿਸਟਮ ਦਾ ਅਰਥ ਕੀਤਾ, ਫਿਰ ਅਸੀਂ ਪਰਿਭਾਸ਼ਾਵਾਂ ਕੀਤੀਆਂ, ਉਸ ਤੋਂ ਬਾਅਦ ਅਸੀਂ ਪ੍ਰਣਾਲੀ ਕਿਸ ਨੂੰ ਕਹਿੰਦੇ ਇਹ ਵੀ ਕੀਤਾ, ਪਰਿਭਾਸ਼ਾਵਾਂ ਵੀ ਕੀਤੀਆਂ। ਫਿਰ ਮੈਂ ਤੁਹਾਨੂੰ ਥੋੜਾ ਜਿਹਾ ਦੱਸਿਆ ਸੀਗਾ ਕਿ ਰਾਜਨੀਤਿਕ ਪ੍ਰਣਾਲੀ ਦੇ ਅੰਗ ਕਿਹੜੇ-ਕਿਹੜੇ ਹਨ, ਔਰ ਮੈਂ ਉਹਦੇ ਤੁਹਾਨੂੰ ਦੱਸਿਆ ਸੀ ਕਿ ਰਾਜਨੀਤਿਕ ਪ੍ਰਣਾਲੀ ਦੇ ਦੋ ਤਰ੍ਹਾਂ ਦੇ ਅੰਗ ਨੇ, ਇੱਕ ਰਸਮੀ, ਇੱਕ ਗੈਰ ਰਸਮੀ, ਇੱਕ ਫਾਰਮਲ, ਇੱਕ ਇਨਫਾਰਮਲ। ਠੀਕ ਹੈ ਜੀ, ਦੋ ਤਰ੍ਹਾਂ ਦੇ ਅੰਗਾਂ ਬਾਰੇ ਆਪਾਂ ਨੇ ਦੱਸਿਆ ਸੀ, ਔਰ ਇਹ ਵੀ ਦੱਸਿਆ ਸੀਗਾ ਕਿ ਪ੍ਰਣਾਲੀ ਦੇ ਅੰਗ ਉਹ ਅੰਗ ਹੁੰਦੇ ਹਨ ਜਿਨ੍ਹਾਂ ਤੋਂ ਬਿਨਾਂ ਪ੍ਰਣਾਲੀ ਆਪਣਾ ਕੰਮ ਨਹੀਂ ਕਰ ਸਕਦੀ। ਸੋ ਰਸਮੀ ਅੰਗਾਂ ਵਿੱਚ ਅਸੀਂ ਦੱਸਿਆ ਸੀਗਾ ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ, ਔਰ ਗੈਰ ਰਸਮੀ ਦੇ ਅਸੀਂ ਸਭ ਦੱਸਿਆ ਸੀਗਾ ਕਿ ਸਰਕਾਰ ਦੇ ਅੰਗ ਤਾਂ ਹਨ, ਇਸ ਤੋਂ ਇਲਾਵਾ ਸਾਡੇ ਨਿਊਜ਼ਪੇਪਰ, ਸਾਡੇ ਰਾਜਨੀਤਿਕ ਦਲ, ਸਾਡੇ ਲੀਡਰ, ਸਾਡੇ ਲੋਕ, ਸਾਡੇ ਹਿੱਤ ਸਮੂਹ, ਸਾਡੇ ਦਬਾਅ ਸਮੂਹ, ਇਹ ਸਭ ਵੀ ਰਾਜਨੀਤਿਕ ਪ੍ਰਣਾਲੀ ਦੇ ਅੰਗ ਹਨ। ਠੀਕ ਹੈ ਜੀ, ਉਸ ਤੋਂ ਅਗਲਾ ਬੇਟੇ ਮੈਂ ਤੁਹਾਨੂੰ ਕਰਾਇਆ ਸੀਗਾ ਕਿ ਜਦੋਂ ਵੀ ਕਿਸੇ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਕੰਮ ਕਰਦੀ ਹੈ ਤਾਂ ਰਾਜਨੀਤਿਕ ਪ੍ਰਣਾਲੀ ਦੇ ਉੱਤੇ ਵਾਤਾਵਰਣ ਦਾ ਪ੍ਰਭਾਵ ਪੈਂਦਾ ਹੈ। ਵਾਤਾਵਰਣ ਦਾ ਪ੍ਰਭਾਵ, ਵਾਤਾਵਰਣ ਦੋ ਤਰ੍ਹਾਂ ਦਾ ਹੈ ਮੈਂ ਦੱਸਿਆ ਸੀ, ਇੱਕ ਦੇਸ਼ ਦਾ ਅੰਦਰੂਨੀ ਵਾਤਾਵਰਣ, ਇੱਕ ਦੇਸ਼ ਦਾ ਬਾਹਰੀ ਵਾਤਾਵਰਣ। ਦੇਸ਼ ਦਾ ਅੰਦਰੂਨੀ ਵਾਤਾਵਰਣ ਮੀਨਸ ਦੇਸ਼ ਦਾ ਇੰਟਰਨਲ ਕੀ ਹੈ। ਮੰਨ ਲਓ ਹੁਣ ਫੋਰ ਐਗਜ਼ਾਮਪਲ ਤੁਸੀਂ ਹੋ, ਜੇ ਆਪਾਂ ਘਰ 'ਚ ਰਹਿੰਦੇ ਹਾਂ, ਠੀਕ ਹੈ, ਜੇ ਆਪਾਂ ਘਰ 'ਚ ਰਹਿ ਰਹੇ ਹਾਂ ਬੇਟੇ, ਘਰ ਦੇ ਵਿੱਚ ਮੰਨ ਲਓ ਤੁਸੀਂ ਕੋਈ ਮੰਗ ਰੱਖੀ ਆਪਣੇ ਡੈਡੀ ਅੱਗੇ ਕਿ ਮੈਨੂੰ ਇਸ ਮਹੀਨੇ ਮੋਟਰਸਾਈਕਲ ਲੈ ਦਿਓ। ਰੱਬ ਨਾ ਕਰੇ ਉਸ ਮਹੀਨੇ ਘਰ 'ਚ ਕੋਈ ਬੰਦਾ ਬਿਮਾਰ ਹੋ ਗਿਆ, ਕਿਸੇ ਦਾ ਐਕਸੀਡੈਂਟ ਹੋ ਗਿਆ, ਕੋਈ ਹੋਰ ਜ਼ਰੂਰੀ ਕੰਮ ਆ ਗਿਆ, ਤਾਂ ਕੀ ਹੋਏਗਾ? ਪਾਪਾ ਤੁਹਾਡੇ ਤੁਹਾਡੀ ਮੰਗ ਨੂੰ ਛੱਡ ਕੇ ਮੋਟਰਸਾਈਕਲ ਵਾਲੀ ਨੂੰ ਉਹ ਪਹਿਲਾਂ ਉਧਰ ਕੰਮ ਕਰਨਗੇ। ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਅਮੀਰ ਬੰਦਾ, ਇੱਕ ਅਮੀਰ ਬੰਦਾ ਹੈ ਮੰਨ ਲਓ, ਅਮੀਰ ਬੰਦੇ ਦੇ ਬੱਚੇ ਦੀਆਂ ਮੰਗਾਂ ਅਲੱਗ ਹੁੰਦੀਆਂ ਨੇ, ਠੀਕ ਹੈ ਨਾ। ਉਹ ਕਹੂ ਮੈਨੂੰ 1 ਲੱਖ ਵਾਲਾ ਮੋਬਾਈਲ ਲੈ ਦਿਓ, ਮੈਨੂੰ ਗੱਡੀ ਲੈ ਦਿਓ, ਮੈਨੂੰ ਆਹ ਲੈ ਦਿਓ, ਮੈਨੂੰ ਉਹ ਲੈ ਦਿਓ। ਅਮੀਰ ਬੱਚਿਆਂ ਦੀਆਂ ਮੰਗਾਂ ਅਲੱਗ ਹੁੰਦੀਆਂ ਨੇ, ਪਰ ਜਿਹੜੇ ਗਰੀਬ ਬੱਚੇ ਨੇ, ਗਰੀਬ ਬੱਚਿਆਂ ਦੀਆਂ ਮੰਗਾਂ ਅਲੱਗ ਹੁੰਦੀਆਂ ਨੇ। ਤੁਸੀਂ ਕਦੇ ਨੋਟ ਕਰਕੇ ਦੇਖ ਲਓ, ਗਰੀਬ ਲੋਕਾਂ ਦੇ ਬੱਚਿਆਂ ਦੀਆਂ ਮੰਗਾਂ ਅਲੱਗ ਹੁੰਦੀਆਂ ਨੇ। ਇੱਕ ਮਜ਼ਦੂਰ ਦਾ ਬੱਚਾ ਆਪਣੇ ਪਿਓ ਤੋਂ ਗੱਡੀ ਨਹੀਂ ਮੰਗ ਸਕਦਾ, 2 ਲੱਖ ਦਾ ਮੋਬਾਈਲ ਨਹੀਂ ਮੰਗ ਸਕਦਾ, ਠੀਕ ਹੈ, ਉਹਦੀਆਂ ਛੋਟੀਆਂ ਮੰਗਾਂ ਹੋਣਗੀਆਂ। ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ ਅਮਰੀਕਾ ਦੀ, ਇੰਗਲੈਂਡ ਦੀ, ਤੁਸੀਂ ਆਪਾਂ ਆਪਸ ਵਿੱਚ ਗੱਲ ਕਰਦੇ ਹਾਂ ਵੀ ਦੇਖੋ ਜੀ ਅਮਰੀਕਾ ਵਿੱਚ ਏਦਾਂ ਹੈ, ਇੰਗਲੈਂਡ ਵਿੱਚ ਏਦਾਂ ਹੈ, ਉੱਥੇ ਸੜਕਾਂ ਇੰਨੀਆਂ ਵਧੀਆ, ਉੱਥੇ ਆਹ ਚੀਜ਼ ਹੈ, ਉੱਥੇ ਆਹ ਚੀਜ਼ ਹੈ, ਉੱਥੇ ਦੇ ਲੋਕ ਏਦਾਂ ਕਰਦੇ ਆ, ਏਦਾਂ ਕਰਦੇ ਆ। ਸੋ ਕੀ ਆ, ਉਹ ਅਮੀਰ ਦੇਸ਼ ਨੇ, ਉਹ ਅਮੀਰ ਦੇਸ਼ ਦੇ ਲੋਕਾਂ ਦੀਆਂ ਮੰਗਾਂ ਅਲੱਗ ਨੇ। ਜੇ ਆਪਾਂ ਭਾਰਤ ਦੀ ਗੱਲ ਕਰੀਏ, ਭਾਰਤ ਇੱਕ ਗਰੀਬ ਦੇਸ਼ ਹੈ, ਵੈਸੇ ਭਾਰਤ ਗਰੀਬ ਨਹੀਂ ਹੈ। ਵੈਸੇ ਤੁਹਾਨੂੰ ਪੜ੍ਹਾਈ ਦੇ ਕਿਤਾਬਾਂ ਤੋਂ ਬਾਹਰ ਆ ਕੇ ਮੈਂ ਇਹਨਾਂ ਦੱਸਣਾ ਚਾਹਾਂਗੀ ਕਿ ਇੰਡੀਆ ਇਜ਼ ਨਾਟ ਐਟ ਆਲ ਅ ਪੂਅਰ ਕੰਟਰੀ। ਇੰਡੀਆ 'ਚ ਸਿਆਪਾ ਕੀ ਹੈ ਕਿ ਇੰਡੀਆ ਦੇ ਵਿੱਚ 70% ਪੈਸਾ 30% ਲੋਕਾਂ ਕੋਲ ਹੈ। 30% ਲੋਕ ਬਹੁਤ ਜ਼ਿਆਦਾ ਅਮੀਰ ਨੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਪੈਸਾ ਕਿੱਥੇ ਲਾਉਣਾ, ਤੇ 70% ਲੋਕਾਂ ਦੇ ਵਿੱਚ 40% ਲੋਕ ਐਸੇ ਨੇ ਜਿਹੜੇ ਕਿ ਵਿਚਾਰੇ ਵਿੱਚ ਵਿਚਾਲੇ ਨੇ, ਤੇ 30% ਏਦਾਂ ਦੇ ਨੇ ਜਿਹੜੇ ਬਹੁਤ ਗਰੀਬ ਨੇ। ਭਾਰਤ ਓਵਰਆਲ ਗਰੀਬ ਨਹੀਂ ਹੈ, ਭਾਰਤ ਵਿੱਚ ਬਹੁਤ ਲੋਕਾਂ ਕੋਲ ਬਹੁਤ ਨੋਟ ਨੇ, ਜਿਨ੍ਹਾਂ ਕੋਲ ਨੋਟ ਨੇ ਉਹਨਾਂ ਨੂੰ ਪਤਾ ਹੀ ਨਹੀਂ। ਪਰ ਫਿਰ ਵੀ ਜੇ ਆਪਾਂ ਅਮਰੀਕਾ ਨਾਲ ਕੰਪੇਅਰ ਕਰੀਏ, ਇੰਗਲੈਂਡ ਨਾਲ, ਕੈਨੇਡਾ ਨਾਲ, ਤਾਂ ਅਸੀਂ ਦੇਖਾਂਗੇ ਕਿ ਭਾਰਤ ਗਰੀਬ ਦੇਸ਼ ਹੈ। ਹੁਣ ਭਾਰਤ ਦੇ ਲੋਕੀ ਕਿੱਦਾਂ ਦੀਆਂ ਮੰਗਾਂ ਕਰਨਗੇ? ਉਹ ਤਾਂ ਇਹ ਕਰਨਗੇ ਪੈਟਰੋਲ ਦੀ ਕੀਮਤਾਂ ਘਟਾ ਦਿਓ, ਸਾਨੂੰ ਨੌਕਰੀ ਦੇ ਦਿਓ, ਸਾਡੀ ਤਨਖਾਹ ਵਧਾ ਦਿਓ, ਮਹਿੰਗਾਈ ਨੂੰ ਘੱਟ ਕਰ ਦਿਓ। ਉਹਨਾਂ ਦੀਆਂ ਮੰਗਾਂ ਹੋਰ ਤਰ੍ਹਾਂ ਦੀਆਂ ਹੋਣਗੀਆਂ, ਜਦੋਂ ਕਿ ਅਮੀਰ ਦੇਸ਼ਾਂ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਮੰਗਾਂ ਬੇਟੇ ਅਮੀਰਾਂ ਦੇ ਵਾਂਗਰ ਹੁੰਦੀਆਂ ਨੇ, ਹਨਾ, ਹਾਈਫਾਈ ਮੰਗਾਂ ਹੁੰਦੀਆਂ ਨੇ। ਸੋ ਇਸ ਕਰਕੇ ਜਦੋਂ ਵੀ ਕੋਈ ਪ੍ਰਣਾਲੀ ਕੰਮ ਕਰਦੀ ਹੈ ਤਾਂ ਉਹਦੇ ਉੱਤੇ ਵਾਤਾਵਰਣ ਦਾ ਪ੍ਰਭਾਵ ਪੈਂਦਾ ਹੈ। ਸੋ ਵਾਤਾਵਰਣ ਦੋ ਤਰ੍ਹਾਂ ਦਾ ਹੈ, ਦੇਸ਼ ਦਾ ਅੰਦਰੂਨੀ ਵਾਤਾਵਰਣ, ਬਾਹਰੀ ਵਾਤਾਵਰਣ। ਹੁਣ ਬਾਹਰੀ ਵਾਤਾਵਰਣ ਵੀ ਮੰਨ ਲਓ ਫੋਰ ਐਗਜ਼ਾਮਪਲ ਭਾਰਤ ਸਰਕਾਰ ਨੇ ਕੋਈ ਪ੍ਰੋਜੈਕਟ ਲਗਾਉਣਾ ਹੋਵੇ ਬਹੁਤ ਵੱਡਾ, ਉਹਦੇ ਲਈ ਭਾਰਤ ਸਰਕਾਰ ਨੇ 20 ਅਰਬ ਰੁਪਈਆ ਰੱਖਿਆ ਹੋਇਆ। ਉਧਰੋਂ ਕੀ ਹੋਇਆ? ਪਾਕਿਸਤਾਨ ਨੇ ਜੰਗ ਛੇੜਤੀ। ਫਿਰ ਕੀ ਹੋਊਗਾ? ਉਹ 20 ਅਰਬ ਰੁਪਇਆ ਜਿਹੜਾ ਅਸੀਂ ਪ੍ਰੋਜੈਕਟ ਦੇ ਲਈ ਰੱਖਿਆ ਸੀ, ਉਹ ਭਾਰਤ ਸਰਕਾਰ ਨੂੰ ਕਿਹਦੇ ਤੇ ਖਰਚਣਾ ਪੈ ਜਾਣਾ ਹੈ? ਯੁੱਧ ਦੇ ਉੱਤੇ ਖਰਚਣਾ ਪੈ ਜਾਣਾ, ਸੈਨਾ ਦੇ ਉੱਤੇ ਖਰਚਣਾ ਪੈ ਜਾਣਾ। ਸੋ ਜੇ ਸਾਡਾ ਬਾਹਰਲਾ ਵਾਤਾਵਰਣ ਵੀ ਸਾਨੂੰ ਡਿਸਟਰਬ ਕਰ ਦਿੰਦਾ ਹੈ ਤਾਂ ਵੀ ਅਸੀਂ ਆਪਣਾ ਕੰਮ ਪੂਰੀ ਤਰ੍ਹਾਂ ਨਹੀਂ ਕਰ ਸਕਦੇ। ਫੋਰ ਐਗਜ਼ਾਮਪਲ ਜਿਵੇਂ ਆਪਣੀ ਹਿਊਮਨ ਬੋਡੀ ਹੈ, ਮਨੁੱਖੀ ਸਰੀਰ ਹੈ, ਮੈਂ ਤੁਹਾਨੂੰ ਉਸ ਦਿਨ ਵੀ ਐਗਜ਼ਾਮਪਲ ਦਿੱਤੀ ਸੀ ਕਿ ਮੰਨ ਲਓ ਸਾਡੇ ਦੰਦ ਵਿੱਚ ਹੀ ਦਰਦ ਹੋਣ ਲੱਗ ਗਈ, ਮੰਨ ਲਓ ਕਿਸੇ ਦਿਨ ਸਾਡੇ ਪੇਟ 'ਚ ਦਰਦ ਹੋਣ ਲੱਗ ਗਈ, ਤਾਂ ਸਾਡੀ ਅੰਦਰੂਨੀ ਦਰਦ, ਅੰਦਰੂਨੀ ਪ੍ਰੋਬਲਮ ਦੇ ਨਾਲ ਕੀ ਹੈ,
ਸਾਰਾ ਸਾਡਾ ਮਾਹੌਲ, ਸਾਰਾ ਸਾਡਾ ਘਰ ਦਾ ਦਿਮਾਗ ਚੱਕਰ ਆ ਜਾਊਗਾ, ਕੰਮ ਕਰਨ ਨੂੰ ਜੀ ਨਹੀਂ ਕਰੇਗਾ, ਸਾਡਾ ਸਰੀਰ ਸਾਰਾ ਨਿਢਾਲ ਹੋ ਜਾਏਗਾ। ਇਸੇ ਤਰੀਕੇ ਦੇ ਨਾਲ ਮੰਨ ਲਓ ਬਾਹਰੀ ਵਾਤਾਵਰਨ ਕੀ ਹੈ ਕਿ ਮੰਨ ਲਓ ਤੁਹਾਡੇ ਸਕੂਲ ਦੇ ਵਿੱਚ ਰੱਬ ਨਾ ਕਰੇ ਕਿਸੇ ਤੁਹਾਡੇ ਬੱਚੇ ਦੇ ਨਾਲ ਸਟੂਡੈਂਟ ਦੀ ਡੈਥ ਹੋ ਗਈ, ਤੁਹਾਡੇ ਕਿਸੇ ਟੀਚਰ ਦੀ ਡੈਥ ਹੋ ਗਈ, ਤੁਹਾਡੇ ਕਿਸੇ ਰਿਸ਼ਤੇਦਾਰ ਦੀ ਡੈਥ ਹੋ ਗਈ, ਜਾਂ ਕੋਈ ਹੋਰ ਕਿਸੇ ਦਾ ਐਕਸੀਡੈਂਟ ਹੋ ਗਿਆ, ਕੋਈ ਮੰਦਭਾਗੀ ਘਟਨਾ ਵਾਪਰ ਗਈ ਪਿੰਡ ਦੇ ਵਿੱਚ, ਫਿਰ ਉਹਦੇ ਨਾਲ ਕੀ ਹੁੰਦਾ ਹੈ, ਸਾਰੇ ਲੋਕਾਂ ਤੇ ਅਸਰ ਪੈਂਦਾ ਹੈ। ਕਹਿੰਦੇ ਜੇ ਸਾਡੇ ਤੇ ਨਾਲ ਕੁਝ ਹੋਵੇ ਉਹਨੂੰ ਕਹਿੰਦੇ ਆ ਅੰਦਰੂਨੀ ਪ੍ਰਭਾਵ। ਸੋ ਜਦੋਂ ਵੀ ਪ੍ਰਣਾਲੀ ਉਹਦੇ ਤੇ ਅੰਦਰੂਨੀ ਵੀ ਪੈਂਦਾ ਦਿੰਦੇ ਆ। ਅੱਜ ਵੈਰੀ 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 ਇੰਪੋਰਟੈਂਟ ਗੱਲ ਹਮੇਸ਼ਾ ਨੋਟ ਕਰੋਗੇ ਕਿ ਜਿੱਥੇ ਵੈਰੀ ਇੰਪੋਰਟੈਂਟ ਹੁੰਦਾ ਹੈ, ਮੈਂ ਪੇਪਰਾਂ ਤੋਂ ਪਹਿਲਾਂ ਬੱਚੇ ਪੁੱਛਦੇ ਆ ਆਮ ਤੌਰ ਦੇ ਉੱਤੇ ਕਿ ਮੈਡਮ ਇੰਪੋਰਟੈਂਟ ਦੱਸ ਦਿਓ। ਮੇਰੇ ਤਾਂ ਹਰ ਲੈਕਚਰ ਦੇ ਵਿੱਚ ਮੈਂ ਤਾਂ ਗੱਲ ਫਾੜ ਫੜ ਕੇ ਇੰਪੋਰਟੈਂਟ ਦੱਸਦੀ ਆ। ਹਾਂ, ਸੁਣਨ ਵਾਲੇ ਸੁਣਦੇ ਆ, ਨਹੀਂ ਸੁਣਨ ਵਾਲੇ ਨਹੀਂ ਸੁਣਦੇ। ਠੀਕ ਹੈ। ਸੋ ਬੇਟੇ ਕੀ ਹੈ ਕਿ ਅੱਜ ਅਸੀਂ ਕਰ ਰਹੇ ਹਾਂ ਰਾਜਨੀਤਿਕ ਪ੍ਰਣਾਲੀ ਦੇ ਕੰਮ। ਪਹਿਲਾਂ ਮੈਨੂੰ ਇਹ ਦੱਸੋ, ਇੰਗਲਿਸ਼ ਮੀਡੀਅਮ ਵਾਲੇ ਕਿਸ ਕਿਸ ਬੱਚੇ ਨੇ ਜੁਆਇਨ ਕੀਤੀ ਹੋਈ ਕਲਾਸ? ਦਿਵਜੋਤ ਹੈ? ਦਿਵਜੋਤ ਇਜ਼ देयर? नो। गौरव इज देयर? गौरव है? दिवजोत है? कौन है? पता नहीं। गौरव है जी। गौरव, चलो। हाँ जी। गौरव, दिवजोत किथे है? पता नहीं किथे। हाँ, 5 ਇਹਨਾਂ ਦੋਨਾਂ ਚ ਨਾ ਐਗਰੀਮੈਂਟ ਹੈ ਐਕਚੁਅਲੀ। 5 ਕਲਾਸਾਂ ਗੌਰਵ ਲਾਉਂਦਾ ਹੈ ਤੇ 5 ਕਲਾਸਾਂ ਦਿਵਜੋਤ ਲਾਉਂਦਾ ਹੈ ਨਾ। ਤੇ ਕਿਉਂਕਿ ਦੋਨੋਂ ਬਹੁਤ ਵੈਰੀ ਬਿਜ਼ੀ ਨੇ ਨਾ, ਇਸ ਕਰਕੇ ਸੋਚ ਲੈਂਦੇ ਵੀ ਅੱਜ ਤੂੰ ਲਾ ਲਈ, ਅੱਜ ਮੈਂ ਨਹੀਂ ਲਾਣੀ। ਚਲੋ ਠੀਕ ਹੈ, ਇਟਸ ਓਕੇ। 24 ਤਰੀਕ ਤੋਂ ਬਾਅਦ ਮੈਂ ਤੁਹਾਨੂੰ ਸਭ ਨੂੰ ਦੇਖਦੀ ਹਾਂ। ਲੈਟ ਅਸ ਸੀ। ਚਲੋ ਜੀ, ਅੱਜ ਆਪਾਂ ਕਰਾਂਗੇ ਰਾਜਨੀਤਿਕ ਪ੍ਰਣਾਲੀ ਦੇ ਕੰਮ। ਨੋਟ ਕਰੋ, ਰਾਜਨੀਤਿਕ ਪ੍ਰਣਾਲੀ ਦੇ ਕੰਮ, ਫੰਕਸ਼ਨਸ ਆਫ ਪੋਲੀਟੀਕਲ ਸਿਸਟਮ। ਔਰ ਇਹਦੇ ਉੱਤੇ ਵੈਰੀ 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 ਇੰਪੋਰਟੈਂਟ ਲਿਖ ਲਓ, ਪਹਿਲਾਂ ਹੀ ਲਿਖ ਲਓ। ਹੁਣ ਬੜੇ ਧਿਆਨ ਦੇ ਨਾਲ ਇਹ ਕਰਨਾ ਹੈ, ਬਹੁਤ ਇੰਪੋਰਟੈਂਟ ਪਾਰਟ ਹੈ ਇਸ ਲੈਸਨ ਦਾ। ਮੇਰੇ ਖਿਆਲ ਅੱਜ ਸਾਡੀ ਚੌਥੀ ਕਲਾਸ ਹੈ ਨਾ ਇਸ ਲੈਸਨ ਦੀ। ਮੈਂ ਤੁਹਾਨੂੰ ਕਿਹਾ ਵੀ ਘੱਟੋ ਘੱਟ 8 ਕਲਾਸਾਂ ਚਾਹੀਦੀਆਂ ਮੈਨੂੰ ਇਹ ਲੈਸਨ ਪੂਰਾ ਕਰਨ ਚ। ਹਾਂਜੀ, ਲਿਖੋ, ਹਰੇਕ ਦੇਸ਼ ਦੀ ਰਾਜਨੀਤਿਕ ਪ੍ਰਣਾਲੀ, ਹਰੇਕ ਦੇਸ਼ ਦੀ ਰਾਜਨੀਤਿਕ ਪ੍ਰਣਾਲੀ 2 ਤਰ੍ਹਾਂ ਦੇ ਕੰਮ ਜ਼ਰੂਰ ਕਰਦੀ ਹੈ। Every political system has 2 types of main functions. ਹਰੇਕ ਦੇਸ਼ ਦੀ ਰਾਜਨੀਤਿਕ ਪ੍ਰਣਾਲੀ 2 ਤਰ੍ਹਾਂ ਦੇ ਕੰਮ ਜ਼ਰੂਰ ਕਰਦੀ ਹੈ। ਨੰਬਰ 1 ਲਿਖੋ, ਨਿਵੇਸ਼ ਕਾਰਜ। ਨੰਬਰ 2 ਲਿਖੋ, ਨਿਕਾਸ ਕਾਰਜ। ਨਿਵੇਸ਼ ਕਾਰਜ, ਨਿਕਾਸ ਕਾਰਜ। ਇੰਗਲਿਸ਼ ਚ ਵੀ ਲਿਖੋ, ਇੰਗਲਿਸ਼ ਦੋਨਾਂ ਦੇ ਸਾਹਮਣੇ ਲਿਖੋ। ਨਿਵੇਸ਼ ਕਾਰਜ ਨੂੰ ਆਪਾਂ ਕਹਿੰਦੇ ਆ ਇਨਪੁਟ ਫੰਕਸ਼ਨਸ। ਨਿਵੇਸ਼ ਕਾਰਜ means input functions and ਨਿਕਾਸ ਕਾਰਜ means output function. ਨਿਵੇਸ਼ ਕਾਰਜ input functions, ਨਿਕਾਸ ਕਾਰਜ output functions. ठीक है जी। ਹੁਣ ਸਭ ਤੋਂ ਪਹਿਲਾਂ ਲਿਖੋ ਨਿਵੇਸ਼ ਕਾਰਜ। ਬਹੁਤ ਇੰਪੋਰਟੈਂਟ ਹੈ, ਬੇਹੱਦ ਇੰਪੋਰਟੈਂਟ ਹੈ, ਮੈਂ ਬਾਰ-ਬਾਰ ਕਹਿ ਰਹੀ ਹਾਂ। ਨੰਬਰ 1 ਨਿਵੇਸ਼ ਕਾਰਜ ਇਨਪੁਟ ਫੰਕਸ਼ਨਸ ਲਿਖੋ। ਲੋਕ ਅਤੇ ਲੋਕਾਂ ਦੇ ਸਮੂਹਾਂ ਰਾਹੀਂ, ਲੋਕਾਂ ਅਤੇ ਲੋਕਾਂ ਦੇ ਸਮੂਹਾਂ ਰਾਹੀਂ ਪ੍ਰਣਾਲੀ ਅੱਗੇ ਜੋ ਮੰਗਾਂ ਰੱਖੀਆਂ ਜਾਂਦੀਆਂ ਹਨ, ਲੋਕਾਂ ਅਤੇ ਲੋਕਾਂ ਦੇ ਸਮੂਹਾਂ ਰਾਹੀਂ ਪ੍ਰਣਾਲੀ ਅੱਗੇ ਜੋ ਮੰਗਾਂ ਰੱਖੀਆਂ ਜਾਂਦੀਆਂ ਹਨ, ਉਹਨਾਂ ਨੂੰ ਨਿਵੇਸ਼ ਕਾਰਜ ਕਿਹਾ ਜਾਂਦਾ ਹੈ। Demands by the people or the group of peoples is called input functions. ਮੰਗ ਕੋਈ ਇੱਕ ਬੰਦਾ ਰੱਖ ਸਕਦਾ ਹੈ, ਮੰਗ 2 ਬੰਦੇ ਰੱਖ ਸਕਦੇ ਆ, ਮੰਗ ਲੋਕ ਇਕੱਠੇ ਹੋ ਕੇ ਰੱਖ ਸਕਦੇ ਆ। ਕੋਈ ਇੱਕ ਵਿਦਿਆਰਥੀ ਮੰਗ ਰੱਖ ਸਕਦਾ ਹੈ, ਵਿਦਿਆਰਥੀਆਂ ਦਾ ਇਕੱਠਾ ਸਮੂਹ ਵਿਦਿਆਰਥੀ ਯੂਨੀਅਨ ਮੰਗ ਰੱਖ ਸਕਦੀ ਹੈ। ਕੁਛ ਇੱਕ ਕਿਸਾਨ ਮੰਗ ਰੱਖ ਸਕਦੇ ਆ, ਕਿਸਾਨਾਂ ਦਾ ਵੱਡਾ ਸਮੂਹ ਪੂਰੇ ਕਿਸਾਨ ਯੂਨੀਅਨ ਮੰਗ ਰੱਖ ਸਕਦੀ ਹੈ। ਕੋਈ 1-2 ਵਪਾਰੀ ਮੰਗ ਰੱਖ ਸਕਦੇ ਆ, ਸਾਰੇ ਵਪਾਰੀਆਂ ਦਾ ਸਮੂਹ ਮੰਗ ਰੱਖ ਸਕਦੇ ਆ।
कोई एक बंदा मंग रख सकता है प्रणाली अगे भी एक ऐदा किया जाए, सिस्टम ऐदा करे सरकार, प्रणाली नहीं सरकार, सरकार दे अगे तुसीं देखो आपां सरकार तो की मंगदे हां, मंगा। सो मंगा मंगण नूं की कहा जाता है, इनपुट फंक्शनस। ठीक है जी, निवेश कार्य। नंबर 2 लिखो नंबर 2 लिखो आउटपुट फंक्शंस, निकास कार्य। आउटपुट फंक्शन निकास कार्य लिखो। लोकां दियां मंगां संबंधी प्रणाली जो निर्णय लैंदी है, लोकां दियां मंगां संबंधी प्रणाली जो निर्णय लैंदी है, उसनूं निकास कारज कहा जाता है। The decisions of government for the demands of people, the decision of government for the demand of people is called output functions, is called output functions। ਹੁਣ ਇਹਨੂੰ ਬੜੇ ਧਿਆਨ ਨਾਲ ਸਮਝ ਲਿਓ। ਲੋਕੀ ਪ੍ਰਣਾਲੀ ਦੇ ਅੱਗੇ ਕੀ ਰੱਖਦੇ ਹਨ? ਮੰਗਾਂ। ਠੀਕ ਹੈ ਜੀ। ਸਰਕਾਰ ਦਾ ਕੰਮ ਕੀ ਹੈ? ਮੰਗਾਂ ਨੂੰ ਪੂਰਾ ਕਰਨਾ। ਮੰਗਾਂ ਨੂੰ ਪੂਰਾ ਕਰਨਾ ਸਰਕਾਰ ਦਾ ਕੰਮ ਹੈ। ਅੱਗੇ ਲਿਖੋ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਹੈ। ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਹੈ। The main function of political system is to change input into outputs. The main function of political system is to change inputs in outputs. ਹੁਣ इस लाइन नू डार्क अंडरलाइन कर लो, क्योंकि पेपर विच ये क्वेश्चन छपना ही छपना है। चाहे तुहाडा जुलाई का पेपर आ जाए, चाहे तुहाडा मार्च का आ जाए, चाहे दिसंबर का आ जाए, कि राजनीतिक प्रणाली का मुख काम की है। एक नंबर का क्वेश्चन है कि राजनीतिक प्रणाली का मुख काम की है, तो तुहाडा जवाब की होना चाहिए? राजनीतिक प्रणाली का मुख काम निवेशां नूं निकासां विच बदलना है। ठीक है जी। टू चेंज इनपुट इन आउटपुट्स। मैं रिपीट कर रही हूँ, इनपुट मैंने निवेश मैंने लोकां दियां मंगां। हाँ जी, लोकी मंगा किदे तो रखते हैं? हाँ जी, लोकी मंगा किस तो रखते हैं बेटे? सरकार तो। सरकार लोकी मंगा किदे अगे रखते हैं? सरकार अगे। ते मंगा पूरियां किने करनियां ने? सरकार ने। लोकां मंगा पूरियां किने करनी है? सरकार ने। हाँ, उस दिन मैं तुहानू एक चीज दसी सी कि जदों तक बंदा जिउंदा है, जिउंदे बंदे दियां मंगां कदे भी खत्म नहीं हुंदियां। मैं दसी सी ये गल भी साडी एक मंग खत्म हुंदी है, साडी दूजी चढ़ जांदी है। तुसीं आप देख लो, मतलब सानू तुसीं एक चीज मंगो, दूजा तुसीं मैनू कई बार कह दिंदे हो मैडम तुसीं क्लास ला लिया करो जी, चलो जी। मैडम तुसीं मैसेज पा दिया करो जी, मैसेज पाता। मैडम तुसीं टीचमेंट ते भी मैसेज पा दो जी, उत्थे भी पाता। मैडम तुसीं ऐ करो क्लास तो पहला याद भी करा दिया करो। मैडम एक बारी अज मैं याद भी कराया, क्लास 10 मिनट पहला मैसेज पाया कि 10 मिनट बाद क्लास है। गल उत्थे दी उत्थे ही है। ठीक है। इसे तरीके दे नाल लोकी प्रणाली अगे की रखते ने? मंगा। प्रणाली मैंने सरकार, सरकार अगे लोकी मंगा रखते। कोई कहता है रोजगार दे दो, कोई कहता है महंगाई घट कर दो, कोई कहता सरकार सड़कां बनावे, कोई कहता है भ्रष्टाचार घट करे, कोई कहता सरकार नौकरियां देवे, कोई कहता कणक दा मुल निश्चित करे, कोई कहता है किसानां लई कानून बनावे, कोई कहता आ कानून गलत है इनू खत्म करे, कोई कहता सिक्ख्या दा सुधार करे, कोई कहता करोना नू दूर करे, कोई कहता टीके लावे, कोई कहता मतलब सारियां मंगां आपां किहदे अगे करनियां? प्रणाली है। ठीक है जी। ते प्रणाली दा काम की है? मंगां नू पूरा करना। पूरा करन लई की करना पैंदा है? सरकार नू फैसला लेना पैंदा। ये नहीं भी सरकार तुसीं सरकार नू मंग कीती अगले दिन ना, जदों सरकार फैसला लैंदी है उदों की करदी है? सब तो पहला सरकार सोचदी है, तुहाडी मंग बारे विचार हुंदा है, फिर उस संबंधी कानून बनाया जांदा है, फिर कानून बनाउण तो बाद वो कानून तुहाडे ते लागू कीता जांदा है,
फिर लागू करन तो बाद जे कोई प्रॉब्लम आती है तो ਉਹਦੀ ਰੱਖਿਆ ਤੇ ਵਿਆਖਿਆ ਕੀਤੀ ਜਾਂਦੀ ਹੈ। ਸੋ ਜਿਹੜਾ ਮੰਗਾਂ ਤੋਂ ਨਿਰਣੇ, ਜਿਹੜੇ ਨਿਰਣਿਆਂ ਦਾ ਕੰਮ ਹੈ ਉਹ ਕੀ ਹੈ? ਨਿਕਾਸ ਕਾਰਜ। ਉਹਦੇ ਵਿੱਚ 3 ਚੀਜ਼ਾਂ ਸ਼ਾਮਲ ਹੈ। ਲੋਕਾਂ ਦੀਆਂ ਮੰਗਾਂ ਸੰਬੰਧੀ, ਚਲੋ ਤੁਸੀਂ ਲਿਖੋ ਫਿਰ ਤੁਹਾਨੂੰ ਯਾਦ ਰਹਿ ਜਾਏਗਾ। ਲਿਖੋ, ਅੱਗੇ ਲਿਖੋ, ਨਿਵੇਸ਼ ਕਾਰਜ ਲੋਕਾਂ ਰਾਹੀਂ ਕੀਤੇ ਜਾਂਦੇ ਹਨ, ਜਾਂ ਨਿਵੇਸ਼ ਲੋਕਾਂ ਰਾਹੀਂ ਕੀਤੇ ਜਾਂਦੇ ਹਨ। ਨਿਵੇਸ਼ ਮੈਨੇ ਇਨਪੁਟ ਬਾय ਦਾ ਪੀਪਲ। ਕਿਉਂਕਿ ਮੰਗਾਂ ਲੋਕਾਂ ਜਾਂ ਲੋਕਾਂ ਦੇ ਸਮੂਹਾਂ ਰਾਹੀਂ ਰੱਖੀਆਂ ਜਾਂਦੀਆਂ ਹਨ। ਕਿਉਂਕਿ ਮੰਗਾਂ ਲੋਕਾਂ ਜਾਂ ਲੋਕਾਂ ਦੇ ਸਮੂਹਾਂ ਰਾਹੀਂ ਪ੍ਰਣਾਲੀ ਅੱਗੇ ਰੱਖੀਆਂ ਜਾਂਦੀਆਂ ਹਨ। ठीक है जी, अगली लाइन च लिखो, निकास कारज आउटपुट फंक्शन सामने लिख लो, प्रणाली वालों ले गए फैसले, डिसीजंस बाय द पॉलिटिकल सिस्टम, प्रणाली वालों ले गए फैसले, डिसीजन ऑफ पॉलिटिकल सिस्टम। इहदे सामने लिखो, लोकां दियां मंगां संबंधी कानून बनाने, कौमा बने हुए कानूनां नूं लागू करना, कौमा कानूनां दी रखिया अते व्याख्या करनी। प्रणाली दियां मंगां संबंधी कानून बनाने। नंबर 2, बने हुए कानूनां नूं लागू करना। नंबर 3, कानूनां दी रखिया अते व्याख्या करनी। ठीक है जी, हुण कानून बनाउंदा कौन है? हाँ जी, कानून बनाउण दा काम कौन करदा है? +1 याद करो, कानून कौन बनाउंदा है? लोक सभा राष्ट्रपति विधान पालिका कह दो। कानून बनाउंदा कौन है? विधान पालिका। लागू कौन करदा है? कार्यपालिका। रखिया कौन करदा है? न्यायपालिका। न्यायपालिका। बस 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 क्यों करते हैं? हमें करे देते हो। हाँ जी, बस मैं तुहानू कहा भी ये रिकॉर्डिंग तुहाडी YouTube दे उत्ते पैनी है, इस करके जिन्ना पुछया जावे सिर्फ उन्ना ही तुसीं जवाब देना है। हुण तुहानू इन्ना समझ आ गया कि निवेश कार्य किसनू कहंदे हैं, निकास कार्य किसनू कहंदे हैं? निवेश कार्य मैंने ठीक है जी, निकास कार्य मतलब प्रणाली दी जो प्रणाली निर्णय लेंदी है, दैट इज कॉल्ड निकास कार्य। ठीक है जी, अगे चलना, अगे लिखो। हुण लिखो, मंगां किन्नी तरह दीयां हुंदियां हन। मंगां लिखो, मंगां की हुंदियां हन? व्हाट आर इनपुट्स? मंगां की हुंदियां हन? व्हाट आर इनपुट्स? मंगां या लिख लो, मंगां नाल लिख लो, मंगां किन्नी तरह दीयां हुंदियां हन, या लिख लो निवेशां दीयां किस्मां। सारे हेडिंग दे लो, निवेशां दीयां किस्मां भी लिख लो। निवेश मैंने मंगा, निवेश जद मैं निवेश बोला तुहाडे दिमाग च एकदम मंगा आ जानी चाहिए। निवेशां दीयां किस्मां लिख लो। हाँ भी मंगा किन्नी किन्नी तरह दी होंदियां हन, किस किस तरह दी मंग हुंदी है? ਅਸੀਂ ਪ੍ਰਣਾਲੀ ਤੋਂ ਆਪਾਂ ਕੀ ਮੰਗ ਸਕਦੇ ਹਾਂ? ਨੰਬਰ 2 ਤਰ੍ਹਾਂ ਦੀਆਂ ਹੁੰਦੀਆਂ ਜੀ। ਹਾਂ, ਕਈ ਤਰ੍ਹਾਂ ਦੀਆਂ ਹੁੰਦੀਆਂ। ਲਿਖੋ, ਨੰਬਰ 1 ਲਿਖੋ, ਵਸਤੂਆਂ ਅਤੇ ਸੇਵਾਵਾਂ ਦੀ ਮੰਗ। ਵਸਤੂਆਂ ਅਤੇ ਸੇਵਾਵਾਂ ਸੰਬੰਧੀ ਮੰਗ। ਪਹਿਲੀ ਮੰਗ ਅਸੀਂ ਬੇਟੇ ਪ੍ਰਣਾਲੀ ਅੱਗੇ ਕਰਦੇ ਹਾਂ। ਲੋਕੀ ਕੋਈ ਸਾਰੇ ਹਰੇਕ ਦੇਸ਼ ਤੇ, ਕੈਨੇਡਾ ਵਾਲਿਆਂ ਨੇ ਆਪਣੀ ਸਰਕਾਰ ਤੋਂ ਮੰਗਣਾ, ਅਮਰੀਕਾ ਨੇ ਆਪਣੀ ਤੋਂ ਮੰਗਣਾ, ਭਾਰਤ ਵਾਲਿਆਂ ਨੇ ਆਪਣੀ ਮੰਗਣਾ, ਜਾਪਾਨ ਵਾਲਿਆਂ ਨੇ ਆਪਣੀ ਸਰਕਾਰ ਤੋਂ ਮੰਗਣਾ। ਪਹਿਲੀ ਚੀਜ਼ ਅਸੀਂ ਪ੍ਰਣਾਲੀ ਤੋਂ ਵਸਤੂਆਂ ਮੰਗਦੇ ਹਾਂ ਤੇ ਸੇਵਾਵਾਂ। ਹੁਣ ਵਸਤੂ ਤੇ ਸੇਵਾ 'ਚ ਕੀ ਫਰਕ ਹੈ? ਵਸਤੂ ਜਿਹੜੀ ਚੀਜ਼ ਸਾਨੂੰ ਨਜ਼ਰ ਆਉਂਦੀ ਹੈ। ਹੁਣ ਅਸੀਂ ਸਰਕਾਰ ਤੋਂ ਗਰੀਬ ਲੋਕ ਕਣਕ ਮੰਗ ਸਕਦੇ ਹੈ, ਦਾਲ ਚਾਵਲ ਮੰਗ ਸਕਦੇ ਹੈ, ਗੈਸ ਸਿਲੰਡਰ ਮੰਗ ਸਕਦੇ ਹੈ, ਕੋਈ ਵੀ ਵਸਤੂ ਮੰਗ ਸਕਦੇ। ਸੇਵਾ ਕਿਹੜੀ ਹੁੰਦੀ ਹੈ? सेवा मैंने डॉक्टरी सेवावां मंग सकते हैं, सिक्ख्या दी सेवावां मंग सकते हैं, भ्रष्टाचार नूं खत्म करन लई सेवावां मंग सकते हैं, असीं होर तरीके दीयां पुलिस दीयां सेवावां मंग सकते हैं,
ਵੀ ਭਾਈ ਸਾਡਾ ਢਾਂਚਾ ਵਧੀਆ ਹੋਣਾ ਚਾਹੀਦਾ, ਪੁਲਿਸ ਹੋਣੀ ਚਾਹੀਦੀ ਹੈ ਜਿਹੜੀ ਕਿ ਚੋਰ ਬਜ਼ਾਰੀ ਨੂੰ ਰੋਕ ਸਕੇ। ਅਸੀਂ ਮੰਗ ਸਕਦੇ ਹਾਂ ਸਾਡੀ ਸਿੱਖਿਆ ਸੁਧਾਰ ਹੋਣਾ ਚਾਹੀਦਾ ਹੈ। ਕਰੋਨਾ ਕਾਲ 'ਚ ਦੇਖੋ ਸਭ ਤੋਂ ਵੱਡੀ ਡਿਮਾਂਡ ਹੈ ਕਿ ਸਰਕਾਰ ਭਾਈ ਮੈਡੀਕਲ ਸਹੂਲਤਾਵਾਂ ਦੇਵੇ। ਸੋ ਅਸੀਂ ਸਰਕਾਰ ਤੋਂ ਵਸਤੂਆਂ ਵੀ ਮੰਗ ਸਕਦੇ ਹਾਂ ਅਤੇ ਸੇਵਾਵਾਂ ਵੀ ਮੰਗ ਸਕਦੇ ਹਾਂ। ਨੋਟ ਕਰੀ ਜਾਓ, ਵਸਤੂਆਂ ਅਤੇ ਸੇਵਾਵਾਂ ਸੰਬੰਧੀ ਮੰਗ, ਡਿਮਾਂਡਸ ਅਬਾਊਟ ਦਾ ਗੁੱਡਸ ਐਂਡ ਸਰਵਿਸਿਜ਼। ਕੋਈ ਵੀ ਚੀਜ਼ ਮੰਗ ਸਕਦੇ ਹਾਂ ਅਸੀਂ ਪ੍ਰਣਾਲੀ ਤੋਂ। ਇੱਕ ਬੰਦਾ ਮੰਗ ਸਕਦਾ ਹੈ, ਬਹੁਤੇ ਬੰਦੇ ਮੰਗ ਸਕਦੇ ਆ ਇਕੱਠੇ ਹੋ ਕੇ। ਪਰ ਇੱਕ ਗੱਲ ਯਾਦ ਰੱਖਿਓ, ਜੇ ਤਾਂ ਕਿਸੇ ਇੱਕ ਬੰਦੇ ਦੀ ਮੰਗ ਹੈ ਤਾਂ ਉਹ ਕਦੇ ਵੀ ਨਹੀਂ ਮੰਨੀ ਜਾਂਦੀ। ਤੂੰ ਐ ਤਾਂ ਸਰਕਾਰ ਇਕੱਲੇ ਨੂੰ ਸੁਣਨ ਲੱਗੇ ਪੈ ਗਈ ਪੂਰੀ। ਪਰ ਜੇ ਮੰਗ ਬਹੁਤੇ ਲੋਕਾਂ ਦੀ ਹੈ, ਇਕੱਠੇ ਹੋ ਗਏ ਲੋਕ, ਤਾਂ ਉਹ ਮੰਗ ਜਲਦੀ ਪੂਰੀ ਹੋਏਗੀ। ਹੁਣ ਮੰਨ ਲਓ ਤੁਹਾਡੇ ਚੋਂ ਕੋਈ, ਤੁਸੀਂ ਸਕੂਲ ਲੱਗਦਾ ਹੈ, ਤੁਸੀਂ ਆਪਣੇ ਟੀਚਰ ਕੋਲ 1-2 ਬੱਚੇ ਜਾ ਕੇ ਕੋਈ ਡਿਮਾਂਡ ਕਰਦੇ ਹੋ ਸਕਦਾ ਤੁਹਾਡਾ ਟੀਚਰ ਤੁਹਾਡੇ ਨਾ ਸੁਣੇ ਵੀ ਨਹੀਂ ਬੇਟੇ ਮੈਂ ਨਹੀਂ ਕਰ ਸਕਦੀ। ਪਰ ਮੰਨ ਲਓ ਉਹੀ ਗੱਲ ਜੇ ਤੁਹਾਡੇ ਸਾਰੇ ਬੱਚੇ ਇਕੱਠੇ ਹੋ ਕੇ ਕਰਦੇ ਆ ਤਾਂ ਤੁਹਾਡੀ ਗੱਲ ਮੰਨੀ ਜਾਂਦੀ ਹੈ। ਸੋ ਯਾਦ ਰੱਖੋ, ਜਦੋਂ ਵੀ ਮੰਗ ਇਕੱਠੇ ਰੂਪ ਚ ਸਰਕਾਰ ਦੇ ਕੋਲ ਜਾਂਦੀ ਹੈ ਤਾਂ ਸਰਕਾਰ ਉਸ ਮੰਗ ਦੇ ਉੱਤੇ ਜ਼ਿਆਦਾ ਧਿਆਨ ਦਿੰਦੀ ਹੈ। ਤੇ ਇਸੇ ਕਰਕੇ ਹੈ ਤੁਸੀਂ ਦੇਖੋ ਸਾਡੇ ਦੇਸ਼ 'ਚ ਆਪਾਂ ਲੋਕੀ ਹੜਤਾਲਾਂ ਕਰਦੇ ਹਨ। ਹੁਣ ਕਿਸਾਨ ਜਿਹੜੇ ਆ, ਪਹਿਲਾਂ ਪੰਜਾਬ ਦੇ ਕਿਸਾਨ ਇਕੱਲੇ ਬੈਠੇ ਸੀ ਦਿੱਲੀ, ਫਿਰ ਹਰਿਆਣਾ ਵੀ ਨਾਲ ਲੱਗ ਗਿਆ, ਫਿਰ ਹੋਰ ਮੱਧ ਪ੍ਰਦੇਸ਼ ਵੀ ਆ ਗਿਆ, ਹੋਰ ਜਗ੍ਹਾ ਤੋਂ ਵੀ। ਇਹ ਕੀ ਹੈ, ਇਹ ਕੀ ਹੁੰਦੀ ਹੈ, ਮੰਗ ਨੂੰ ਸਟਰੈਂਥਨ ਕਰਨਾ। ਸਟਰੈਂਥਨ ਕਰਨਾ ਮੈਨੇ ਮਜ਼ਬੂਤ ਕਰਨਾ। ਜਿੰਨੇ ਜ਼ਿਆਦਾ ਲੋਕ ਇਕੱਠੇ ਮਿਲ ਕੇ ਮੰਗ ਕਰਨਗੇ ਉਨੀ ਜਲਦੀ ਉਹ ਮੰਗ ਪੂਰੀ ਹੋਏਗੀ। ਸੋ ਪਹਿਲੀ ਚੀਜ਼, ਲੋਕੀ ਵਸਤੂਆਂ ਮੰਗ ਸਕਦੇ ਆ, ਸੇਵਾਵਾਂ ਮੰਗ ਸਕਦੇ ਆ। ਸੇਵਾਵਾਂ ਕੀ ਹੁੰਦੀਆਂ, ਜਿਨ੍ਹਾਂ ਦਾ ਮੁੱਲ ਹੁੰਦਾ ਹੈ ਪਰ ਜਿਹੜੀ ਨਜ਼ਰ ਨਹੀਂ ਆਉਂਦੀ। ਹੁਣ ਜਿਵੇਂ ਪੜਾਉਣਾ, ਇਹ ਕੀ ਹੈ, ਹੁਣ ਤੁਸੀਂ ਕਿਸੇ ਦੇ ਟਿਊਸ਼ਨ, ਮੰਨ ਲਓ ਤੁਸੀਂ ਵਸਤੂ ਮੰਗ ਲਈ, ਤੁਹਾਡੇ ਕੋਲ ਪੈਸੇ ਹੈ 5000 ਰੁਪਇਆ, ਗਏ ਤੁਸੀਂ ਜਾ ਕੇ 5000 ਦਾ ਫ੍ਰਿਜ ਖਰੀਦ ਲਿਆ। ਜੇ ਤੁਹਾਨੂੰ ਕੋਈ ਕਹੇ ਵੀ 5000 ਰੁਪਇਆ ਕਿੱਥੇ ਲਾਇਆ, ਤਾਂ ਤੁਸੀਂ ਕੀ ਕਹੋਗੇ ਵੀ ਆਹ ਦੇਖ ਫ੍ਰਿਜ ਨਹੀਂ ਪਿਆ, ਆਹ ਫ੍ਰਿਜ ਲੈ ਕੇ ਆਇਆ। ਵਸਤੂ ਤੇ ਮੰਨ ਲਓ ਤੁਸੀਂ 5000 ਰੁਪਇਆ ਲੈ ਕੇ ਟਿਊਸ਼ਨ ਫੀਸ ਤੇ ਆਏ। ਜੇ ਕੋਈ ਕਹੇ 5000 ਕਿੱਥੇ ਲਾਇਆ, ਕਹਿੰਦੇ ਟਿਊਸ਼ਨ ਫੀਸ ਤੇ ਆਏ। ਉਹ ਕਹਿੰਦਾ ਦਿਖਾ ਕੀ ਟਿਊਸ਼ਨ, ਹੁਣ ਟਿਊਸ਼ਨ ਕੀ ਦਿਖਾਓਗੇ, ਉਹ ਤਾਂ ਤੁਸੀਂ ਪੜ੍ਹਨਾ। ਹੁਣ ਆਪਾਂ ਡਾਕਟਰ ਕੋਲ ਜਾਂਦੇ ਆ, ਠੀਕ ਹੈ, ਜੇ ਆਪਾਂ ਕੈਮਿਸਟ ਕੋਲ ਗਏ, ਆਪਾਂ ਕੈਮਿਸਟ ਨੂੰ 300 ਰੁਪਇਆ ਦਿੱਤਾ, ਉਹਨੇ ਸਾਨੂੰ ਦਵਾਈਆਂ ਦੇ ਦਿੱਤੀਆਂ। ਜੇ ਕੋਈ ਕਹੇ ਵੀ 300 ਰੁਪਇਆ ਕਿੱਥੇ ਲਾਇਆ, ਅਸੀਂ ਕਹਿੰਦੇ ਆਹ ਦੇਖ 300 ਦੀਆਂ ਦਵਾਈਆਂ, ਆਹ ਦੇਖਾ ਸਾਰੀਆਂ ਦਵਾਈਆਂ ਨਹੀਂ ਹੈਗੀਆਂ ਇੰਨੀਆਂ ਸਾਰੀਆਂ। ਤੇ ਜੇ ਇਨ ਕੇਸ ਆਪਾਂ ਡਾਕਟਰ ਕੋਲ ਗਏ, ਡਾਕਟਰ ਨੂੰ ਤੁਸੀਂ ਆਪਣੀ ਪ੍ਰੋਬਲਮ ਦੱਸੀ, ਡਾਕਟਰ ਨੇ ਪਰਚੀ ਦੇ ਉੱਤੇ ਇਕੱਲੀ ਦਵਾਈ ਲਿਖਤੀ, ਉਹ ਕੀ ਹੈ, ਸੇਵਾ। ਜੇ ਤੁਸੀਂ ਕਹੋ ਵੀ ਦਿਖਾ ਡਾਕਟਰ ਨੇ, ਤੁਸੀਂ ਕਹਿੰਦਾ ਆਹ ਡਾਕਟਰ ਨੇ ਪਰਚੀ ਨਹੀਂ ਲਿਖੀ, ਕਹਿੰਦਾ ਲਾਇਆ ਤਾਂ ਲਿਖਿਆ ਹੋਇਆ ਹੈ ਕੀ ਹੈ ਇਹਦੇ ਚ, ਇਹ 300 ਰੁਪਇਆ ਲਿਖਣ ਦਾ ਲੈ ਲਿਆ, ਲਿਖਣ ਦਾ ਨਹੀਂ ਲਿਆ। ਡਾਕਟਰ ਨੇ ਆਪਣੀ ਫੀਸ ਲਈ ਹੈ, ਆਪਣੀ ਸੇਵਾ ਦੀ ਫੀਸ ਲਈ। ਮੇਰੀ ਡਿਫਰੈਂਸ਼ੀਏਟ ਕਰਕੇ। ਸੋ ਇਸ ਕਰਕੇ ਅਸੀਂ ਪ੍ਰਣਾਲੀ ਤੋਂ ਵਸਤੂਆਂ ਵੀ ਮੰਗ ਸਕਦੇ ਹਾਂ, ਅਸੀਂ ਪ੍ਰਣਾਲੀ ਤੋਂ ਸੇਵਾਵਾਂ ਵੀ ਮੰਗ ਸਕਦੇ ਹਾਂ। ਨੰਬਰ 2 ਲਿਖੋ, ਵਿਹਾਰ ਨੂੰ ਨਿਸ਼ਚਿਤ ਕਰਨ ਸੰਬੰਧੀ ਮੰਗ। ਵਿਹਾਰ ਨੂੰ ਨਿਸ਼ਚਿਤ ਕਰਨ ਸੰਬੰਧੀ ਮੰਗ, ਡਿਮਾਂਡ ਫॉर द रेगुलेशन ऑफ बिहेवियर। डिमांड फॉर द रेगुलेशन ऑफ बिहेवियर। ਵਿਹਾਰ ਨੂੰ ਨਿਸ਼ਚਿਤ ਕਰਨਾ ਮੈਨੇ ਸਾਰਾ ਕੁਝ ਠੀਕ ਕਰੇ। ਵਿਹਾਰ ਨੂੰ ਨਿਸ਼ਚਿਤ ਕਰਨ ਦੀ ਮੰਗ ਚ ਤੁਸੀਂ ਕਰ ਸਕਦੇ ਹੋ, ਸਰਕਾਰ ਭ੍ਰਸ਼ਟਾਚਾਰ ਨੂੰ ਖਤਮ ਕਰੇ। ਲਿਖ ਲਓ ਬੇਸ਼ੱਕ, ਭ੍ਰਸ਼ਟਾਚਾਰ ਨੂੰ ਖਤਮ ਕਰਨਾ, ਮਹਿੰਗਾਈ ਨੂੰ ਖਤਮ ਕਰੇ, ਵਿਆਹ ਸੰਬੰਧੀ ਨਿਯਮ ਬਣਾਏ, ਭਰੂਣ ਹੱਤਿਆ ਸੰਬੰਧੀ ਨਿਯਮ ਬਣਾਵੇ, ਮੰਡੀ ਸੰਬੰਧੀ ਨਿਯਮ ਬਣਾਵੇ, ਫਸਲਾਂ ਸੰਬੰਧੀ ਨਿਯਮ ਬਣਾਵੇ। ਸਾਰਾ ਵਿਹਾਰ ਹੈ। ਲੋਕਾਂ ਦੀ ਸੁਰੱਖਿਆ ਸੰਬੰਧੀ ਨਿਯਮ ਬਣਾਵੇ। ਅਸੀਂ ਸਾਰਾ, ਜੇ ਚੋਰੀ ਵੱਧ ਜਾਂਦੀ ਹੈ ਤਾਂ ਵੀ ਅਸੀਂ ਸਰਕਾਰ ਨੂੰ ਕਹਿੰਦੇ ਵੀ ਦੇਖ ਹੈ ਇੰਨਾ ਚੋਰ ਬਜ਼ਾਰੀ ਵਧੀ ਹੋਈ ਹੈ। ਮਹਿੰਗਾਈ ਵੱਧ ਗਈ ਤਾਂ ਵੀ ਆਪਾਂ ਸਰਕਾਰ ਨੂੰ ਕਹਿੰਦੇ ਵੀ ਹੱਦ ਹੋ ਗਈ, ਇੰਨੀ ਮਹਿੰਗਾਈ ਵਧੀ ਹੈ, ਸਰਕਾਰ ਕਿੱਧਰ ਨੂੰ, ਸਰਕਾਰ ਕੀ ਕਰਦੀ ਹੈ, ਸਰਕਾਰ ਦੇਖੇ। ਜੇ ਨਸ਼ੇ ਵੱਧ ਗਏ ਤਾਂ ਅਸੀਂ ਕਹਿੰਦੇ ਹੈ ਇੰਨੇ ਨਸ਼ੇ ਵਧੇ ਹੋਏ, ਸਰਕਾਰ ਕੀ ਕਰ ਰਹੀ ਹੈ, ਸਰਕਾਰ ਦੇਖੇ ਨਸ਼ਿਆਂ ਨੂੰ ਖਤਮ ਕਰੇ। ਹਰੇਕ ਚੀਜ਼ ਵਿਹਾਰ ਨੂੰ, ਮਤਲਬ ਬਿਹੇਵੀਅਰ ਨੂੰ, ਸਮਾਜ ਦੇ ਬਿਹੇਵੀਅਰ ਨੂੰ ਕੰਟਰੋਲ ਕਰਨ ਦੀ ਮੰਗ ਵੀ ਕਿਹਦੇ ਤੋਂ ਕੀਤੀ ਜਾਂਦੀ ਹੈ, ਸਰਕਾਰ ਤੋਂ ਮੰਗ ਰੱਖੀ ਜਾਂਦੀ ਹੈ। ਹੁਣ ਜਿੰਨਾ ਕਰੋਨਾ ਫੈਲਿਆ, ਜਦੋਂ ਕਰੋਨਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਸਾਰੇ ਲੋਕ ਸਰਕਾਰ ਨੂੰ ਕਹਿੰਦੇ ਵੀ ਸਰਕਾਰ ਕੀ ਕਰਦੀ ਵੀ ਹੈ, ਵੀ ਲੋਕਡਾਊਨ ਕਰੇ, ਕਿਉਂ ਨਹੀਂ ਕਰਦੀ ਲੋਕਡਾਊਨ, ਸਰਕਾਰ ਲੋਕਡਾਊਨ ਕਰੇ। ਲੋਕੀ ਮਰੀ ਜਾਂਦੇ ਆ, ਸਰਕਾਰ ਲੋਕਡਾਊਨ ਨਹੀਂ ਕਰਦੀ। ਤੇ ਜਦੋਂ ਲੋਕਡਾਊਨ ਹੋ ਜਾਂਦਾ ਫਿਰ ਲੋਕ ਅੱਕ ਜਾਂਦੇ, ਫਿਰ ਵਪਾਰੀ ਕਹਿੰਦੇ ਦੁਕਾਨਾਂ ਖੋਲੋ, ਦੁਕਾਨਦਾਰ ਕਹਿੰਦੇ ਹੈ ਅਸੀਂ ਭੁੱਖੇ ਮਰਨਾ, ਕਰੋਨਾ ਕਰਕੇ ਦੁਕਾਨਾਂ ਖੋਲੋ। ਯਾਦ ਰੱਖਿਓ, ਇਹ ਲੈਸਨ ਦਾ ਨਿਚੋੜ ਹੀ ਹੈ ਵੀ ਲੋਕਾਂ ਦੇ ਨੇ ਮੰਗਾ ਕਰੀ ਜਾਣੀ। ਇੱਕ ਬੰਦਾ ਕਹਿੰਦਾ ਵੀ ਸਭ ਤੋਂ ਪਹਿਲੀ ਗੱਲ ਕਰੋ ਜੀ ਸਕੂਲ ਦਿਓ, ਅਗਲਾ ਦੂਜਾ ਕਹਿੰਦਾ ਲੈ ਸਕੂਲ ਨਾ ਸਵਾ, ਪੜ੍ਹ ਕੇ ਬੱਚਿਆਂ ਨੇ ਕੀ ਕਰਨਾ, ਪਹਿਲਾਂ ਨੌਕਰੀਆਂ ਦਿਓ।
याद रखना, मैं बार बार ये गल पॉइंट आउट कर रही ਹਾਂ कि जिस तरीके ਦੇ ਨਾਲ ਇੱਕ ਬੰਦੇ ਦੀ ਡਿਮਾਂਡ ਪੂਰੀ ਨਹੀਂ ਹੁੰਦੀ। ਹੁਣ ਜਿਵੇਂ ਅਸੀਂ ਛੋਟੇ ਹੁੰਨੇ ਆ, ਤੁਹਾਨੂੰ ਹੁਣ ਲੱਗੂਗਾ ਵੀ ਸਾਡੇ ਪੇਪਰ ਹੋ ਜਾਣ ਜੀ, ਸਾਡੇ ਸਕੂਲ ਖੁੱਲ ਜਾਣ। ਕੱਲ ਨੂੰ ਜਦ ਤੁਸੀਂ ਪੜ੍ਹ ਲਏ, ਤੁਸੀਂ ਕਹਿਣਾ ਜੀ ਸਾਨੂੰ ਡਿਗਰੀ ਮਿਲ ਜੇ। ਡਿਗਰੀ ਮਿਲਣ ਤੋਂ ਬਾਅਦ ਤੁਸੀਂ ਕਹਿਣਾ ਸਾਨੂੰ ਨੌਕਰੀ ਮਿਲੇ। ਨੌਕਰੀ ਮਿਲਣ ਤੋਂ ਬਾਅਦ ਬੰਦਾ ਕਹਿੰਦਾ ਹੁਣ ਮੇਰਾ ਵਿਆਹ ਹੋ ਜੇ। ਵਿਆਹ ਹੋ ਕੇ ਫਿਰ ਕਹਿੰਦਾ ਮੈਨੂੰ ਇੱਕ ਮੁੰਡਾ ਤਾਂ ਜ਼ਰੂਰ ਜੰਮੇ। ਫਿਰ ਕਹਿੰਦਾ ਮੇਰਾ ਘਰ ਵੀ ਸੋਹਣਾ ਹੋਵੇ। ਠੀਕ ਇਸੇ ਤਰੀਕੇ ਦੇ ਨਾਲ ਯਾਦ ਰੱਖਣਾ ਹੈ, ਜਿਵੇਂ ਬੰਦੇ ਦੀਆਂ ਡਿਮਾਂਡਾਂ ਕਦੇ ਖਤਮ ਨਹੀਂ ਹੁੰਦੀਆਂ, ਉਸੇ ਤਰੀਕੇ ਦੇ ਨਾਲ ਪ੍ਰਣਾਲੀ ਦੇ ਅੱਗੇ ਲੋਕੀ ਮੰਗਾਂ ਰੱਖੀ ਜਾਂਦੇ ਨੇ, ਰੱਖੀ ਜਾਂਦੇ ਨੇ, ਰੱਖੀ ਜਾਂਦੇ ਨੇ, ਰੱਖੀ ਜਾਂਦੇ ਨੇ। ਕਦੇ ਲੋਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਮੰਗਾਂ ਦੀ ਰੂਪ ਬਦਲ ਜਾਂਦਾ। ਠੀਕ ਹੈ ਜੀ। ਉਸ ਤੋਂ ਅਗਲੀ ਗੱਲ ਨੰਬਰ 3 ਲਿਖੋ, ਰਾਜਨੀਤਿਕ ਪ੍ਰਣਾਲੀ ਵਿੱਚ ਭਾਗ ਲੈਣ ਸੰਬੰਧੀ ਮੰਗਾਂ। ਭਾਗ ਲੈਣ ਸੰਬੰਧੀ ਮੰਗ। ਰਾਜਨੀਤਿਕ ਪ੍ਰਣਾਲੀ ਵਿੱਚ ਭਾਗ ਲੈਣ ਸੰਬੰਧੀ ਮੰਗ। Demand for the participation in the political system. Demand for the participation of political system. ਕਿ ਰਾਜਨੀਤਿਕ ਪ੍ਰਣਾਲੀ ਵਿੱਚ ਭਾਗ ਲੈਣ ਸੰਬੰਧੀ ਮੰਗ ਵੀ ਲੋਕ ਕਰਦੇ ਨੇ ਕਿ ਅਸੀਂ ਭਾਗ ਲਈਏ, ਸਰਕਾਰ ਸਾਨੂੰ ਦੱਸੇ ਕੰਮ ਕਿੱਦਾਂ ਕੀਤਾ, ਇੰਨਾ ਪੈਸਾ ਆਇਆ ਕਿੱਥੇ ਗਿਆ। ਤੁਸੀਂ ਆਪਣੇ ਪਿੰਡ ਦੀ ਪੰਚਾਇਤ ਨੂੰ ਪੁੱਛਦੇ, ਇੰਨੀ ਗ੍ਰਾਂਟ ਆਈ ਕਿੱਥੇ ਗਈ। ਪੰਚਾਇਤ ਵੀ ਸਰਕਾਰ ਦਾ ਹਿੱਸਾ ਹੈ। ਲੋਕੀ ਚਾਹੁੰਦੇ ਨੇ ਸਰਕਾਰ ਜੋ ਕਰਦੀ ਤੇ ਸਾਨੂੰ ਦੱਸੇ, ਅਸੀਂ ਵੋਟਾਂ ਵੀ ਪਾਈਏ, ਸਰਕਾਰ ਚੁਣਨ ਦਾ ਅਧਿਕਾਰ ਸਾਨੂੰ ਹੋਵੇ। ਜੇ ਸਰਕਾਰ ਗਲਤ ਕੰਮ ਕਰਦੀ ਹੈ ਤਾਂ ਉਹਨੂੰ ਹਟਾਉਣ ਦਾ ਅਧਿਕਾਰ ਵੀ ਸਾਨੂੰ ਹੋਵੇ। ਲੋਕੀ ਸਰਕਾਰ ਦੇ ਕੰਮਾਂ ਵਿੱਚ ਭਾਗ ਲੈਣਾ ਚਾਹੁੰਦੇ ਹਨ। ਸੋ ਸਰਕਾਰ ਦੇ ਕੰਮਾਂ ਵਿੱਚ ਭਾਗ ਲੈਣ ਦੀ ਮੰਗ ਨੂੰ ਆਪਾਂ ਤੀਸਰੀ ਮੰਗ ਕਹਿੰਦੇ ਹਾਂ। ਨੰਬਰ 4 ਲਿਖੋ, ਸੰਚਾਰ ਅਤੇ ਸੂਚਨਾ ਦੀ ਮੰਗ। ਸੰਚਾਰ ਅਤੇ ਸੂਚਨਾ ਦੀ ਮੰਗ। ਡਿਮਾਂਡ ਫॉर द ਕਮਿਊਨੀਕੇਸ਼ਨ ਐਂਡ ਇਨਫੋਰਮੇਸ਼ਨ। ਚੌਥੀਆਂ ਮੰਗਾਂ ਕੀ ਹੈ ਲੋਕਾਂ ਦੀਆਂ? ਲੋਕੀ ਆਪਣੇ ਤੌਰ ਦੇ ਉੱਤੇ ਸਰਕਾਰ ਤੋਂ ਕਿਸੇ ਵੀ ਟਾਈਪ ਦੀ ਸੂਚਨਾ ਮੰਗਣਾ ਚਾਹੁੰਦੇ ਹਨ। ਸੂਚਨਾ ਮੈਨੇ ਜੋ ਸਰਕਾਰ ਕਰ ਰਹੀ ਹੈ, ਲੋਕ ਚਾਹੁੰਦੇ ਨੇ ਉਹ ਸਾਨੂੰ ਪਤਾ ਲੱਗਣਾ ਚਾਹੀਦਾ ਹੈ। ਹੁਣ ਤੁਸੀਂ ਕਰੋਨਾ ਚੱਲ ਰਿਹਾ, ਕਰੋਨਾ ਦੇ ਵਿੱਚ ਅਗਲਾ ਕਹਿੰਦਾ ਇੰਨੇ ਲੱਖ ਟੀਕੇ ਤਾਂ ਬਾਹਰੋਂ ਆਏ ਨੇ, ਆ ਟੀਕੇ ਕਿੱਥੇ ਗਏ? ਇੰਨੇ ਸਿਲੰਡਰ ਅਮਰੀਕਾ ਤੋਂ ਮੰਗਾਏ ਨੇ, ਇੰਨੇ ਆਕਸੀਜਨ ਸਿਲੰਡਰ ਚੀਨ ਤੋਂ ਮੰਗਾਏ ਨੇ, ਸਿਲੰਡਰ ਫੇਰ ਨਹੀਂ ਮਿਲਦਾ ਨਾ, ਸਿਲੰਡਰ ਕਿੱਥੇ ਗਏ? ਕਿਸੇ ਵੀ ਚੀਜ਼ ਦੀ ਮੰਗ ਲੋਕ ਪੈਸੇ ਸੰਬੰਧੀ, ਸਰਕਾਰ ਦੇ ਖਰਚ ਸੰਬੰਧੀ, ਕਿਸੇ ਵੀ ਤਰ੍ਹਾਂ ਦੀ ਸੂਚਨਾ ਦੀ ਮੰਗ ਕੇ ਸਰਕਾਰ ਸਾਨੂੰ ਦੱਸੇ। ਇਸੇ ਕਰਕੇ ਮੈਂ 11ਵੀਂ ਦੇ ਵਿੱਚ ਤੁਹਾਨੂੰ ਇੱਕ ਪੁਆਇੰਟ ਕਰਾਇਆ ਸੀ, ਰਾਈਟ ਟੂ ਇਨਫੋਰਮੇਸ਼ਨ। ਮੌਲਿਕ ਅਧਿਕਾਰਾਂ 'ਚ ਅਸੀਂ ਇੱਕ ਪੁਆਇੰਟ ਕੀਤਾ ਸੀ, ਪਰ 11ਵੀਂ ਵੀ ਇਸ ਵਾਰੀ ਕਰੋਨਾ 'ਚ ਏਦਾਂ ਦੀ ਹੋਈ ਹੈ, ਪਰ ਫਿਰ ਵੀ ਮੈਂ ਕਰਾਇਆ ਸੀ ਰਾਈਟ ਟੂ ਇਨਫੋਰਮੇਸ਼ਨ। ਮੈਨੇ ਸੂਚਨਾ ਦੀ ਮੰਗ ਕਿ ਭਾਰਤ ਦੇ ਨਾਗਰਿਕਾਂ ਨੂੰ ਅਧਿਕਾਰ ਹੈ ਕਿ ਤੁਸੀਂ ਕਿਸੇ ਵੀ ਸੰਸਥਾ ਤੋਂ, ਤੁਸੀਂ ਆਪਣੀ ਪੰਚਾਇਤ ਤੋਂ, ਆਪਣੇ ਸਕੂਲ ਤੋਂ, ਕਿਸੇ ਬਿਜਲੀ ਬੋਰਡ ਤੋਂ, ਕਿਸੇ ਪਾਣੀ ਵਾਲੇ ਤੋਂ, ਕਿਸੇ ਸਰਕਾਰ ਦੇ ਕਿਸੇ ਵੀ ਆਰਗਨ ਤੋਂ ਤੁਸੀਂ ਸੂਚਨਾ ਮੰਗ ਸਕਦੇ ਹੋ ਵੀ ਇਹ ਨੌਕਰੀਆਂ ਹੋਈਆਂ, ਭਰਤੀ ਹੋਈ, ਕਿੰਨੇ ਪ੍ਰਤੀਸ਼ਤ ਲੋਕ, ਕਿੰਨੇ % ਨੰਬਰ ਵਾਲੇ ਰੱਖੇ ਗਏ, ਇੰਨੀਆਂ ਸੀਟਾਂ ਚੋਂ ਇੰਨੀਆਂ ਸੀਟਾਂ ਕਿਹਨੂੰ ਦਿੱਤੀਆਂ, ਠੀਕ ਹੈ, ਇੰਨਾ ਪੈਸਾ ਆਇਆ, ਇੰਨਾ ਪੈਸਾ ਕਿੱਥੇ ਲੱਗਿਆ। ਤੁਹਾਡੀ ਪੰਚਾਇਤ ਹੈ, ਸ਼ਹਿਰ ਦੇ ਵਿੱਚ ਮਿਊਨਿਸਪੈਲਿਟੀ ਹੈ, ਮੰਨ ਲਓ ਤੁਹਾਡੇ ਪਿੰਡ ਦੀ ਪੰਚਾਇਤ ਹੈ, ਤੁਹਾਨੂੰ ਪਤਾ ਲੱਗਿਆ 10 ਲੱਖ ਦੀ ਗ੍ਰਾਂਟ ਆਈ, ਤੁਸੀਂ ਪੰਚਾਇਤ ਨੂੰ ਇੱਕ ਫਾਰਮ ਭਰ ਕੇ 10 ਰੁਪਏ ਦਾ ਰਾਈਟ ਟੂ ਇਨਫੋਰਮੇਸ਼ਨ ਦੇ ਅਧੀਨ ਇੱਕ ਫਾਰਮ ਭਰ ਕੇ ਤੁਸੀਂ ਪੰਚਾਇਤ ਨੂੰ ਪੁੱਛ ਸਕਦੇ ਹੋ 10 ਲੱਖ ਰੁਪਇਆ ਦਿਖਾ ਕਿੱਥੇ ਕਿੱਥੇ ਲੱਗਿਆ। ਪੰਚਾਇਤ ਤੁਹਾਨੂੰ ਦੱਸਣ ਤੋਂ ਇਨਕਾਰ ਨਹੀਂ ਕਰ ਸਕਦੀ, ਉਹਨਾਂ ਨੂੰ ਤੁਹਾਨੂੰ ਦੱਸਣਾ ਪਏਗਾ। ਮੰਨ ਲਓ ਤੁਹਾਡੇ ਵਜੀਫੇ ਦੀ ਰਾਸ਼ੀ ਆਈ, ਮੰਨ ਲਓ ਸਰਕਾਰ ਨੇ 50 ਕਰੋੜ ਰੁਪਏ ਵਜੀਫੇ ਦੀ ਰਾਸ਼ੀ ਦਿੱਤੀ। ਜੇ ਕੋਈ ਬੰਦਾ, ਇੱਕ ਬੰਦਾ ਵੀ ਇਹ ਫਾਰਮ 10 ਰੁਪਏ ਦਾ ਭਰ ਦਿੰਦਾ ਹੈ ਕਿ ਦੱਸਿਆ ਜਾਵੇ 50 ਕਰੋੜ ਰੁਪਈਆ ਕਿੱਥੇ ਕਿੱਥੇ ਵੰਡ ਹੋਇਆ, ਸਰਕਾਰ ਨੂੰ ਉਹ ਇਨਫੋਰਮੇਸ਼ਨ ਦੇਣੀ ਪੈਂਦੀ ਹੈ। ਇਹਨੂੰ ਆਪਾਂ ਕਹਿੰਦੇ ਸੂਚਨਾ ਦੀ ਮੰਗ। ਅਸੀਂ ਸਰਕਾਰ ਤੋਂ ਮੰਗ ਕਰ ਸਕਦੇ ਹਾਂ। ਸੋ ਆਪਾਂ ਕੀਤੀਆਂ ਮੰਗਾਂ। ਮੰਗਾਂ ਕਿੰਨੀ ਤਰ੍ਹਾਂ ਦੀਆਂ ਮੈਂ ਤੁਹਾਨੂੰ ਦੱਸਿਆ, 4 ਤਰ੍ਹਾਂ ਦੀਆਂ ਮੰਗਾਂ। ਕੌਣ ਕਰਨਗੇ? ਲੋਕ। ਕਿਸ ਤੋਂ ਕਰਨਗੇ? ਪ੍ਰਣਾਲੀ ਤੋਂ, ਸਰਕਾਰ ਤੋਂ। ਮੰਗਾਂ ਕਿੰਨੀ ਤਰ੍ਹਾਂ ਦੀਆਂ ਦੱਸੀਆਂ ਮੈਂ? 4 ਤਰ੍ਹਾਂ ਦੀ। ਜਾਂ ਆਪਾਂ ਪ੍ਰਣਾਲੀ ਤੋਂ ਵਸਤੂ ਮੰਗ ਸਕਦੇ ਹਾਂ, ਸੇਵਾਵਾਂ ਮੰਗ ਸਕਦੇ ਹਾਂ, ਵਿਹਾਰ ਨੂੰ ਨਿਯਮਿਤ ਕਰਨ ਦੀ ਮੰਗ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਪ੍ਰਣਾਲੀ ਦੇ ਵਿੱਚ ਕੀ ਕਰ ਸਕਦੇ ਹਾਂ? ਸੂਚਨਾ ਮੰਗ ਸਕਦੇ ਹਾਂ, ਪ੍ਰਣਾਲੀ 'ਚ ਭਾਗ ਲੈਣ ਦੀ ਮੰਗ ਕਰ ਸਕਦੇ ਹਾਂ, ਕਿਸੇ ਵੀ ਟਾਈਪ ਦੀ। ਹੁਣ ਤੁਸੀਂ ਆਪਣੇ ਮਨ ਵਿੱਚ ਬਿਨਾਂ ਰੌਲਾ ਪਾਏ ਸੋਚ ਕੇ ਦੇਖੋ ਕਿ ਮੰਨ ਲਓ ਤੁਸੀਂ ਪ੍ਰਣਾਲੀ ਤੋਂ ਮੰਗਣਾ ਹੈ, ਇੱਕ ਬੰਦਾ ਬੋਲੇਗਾ ਐਟ ਏ ਟਾਈਮ,
ਤੁਹਾਡੀ ਇੱਕ ਮੰਗ ਦੱਸੋ, ਫਿਰ ਦੇਖੋ ਵੀ ਉਹ ਕਿਹੜੀ ਕੈਟੇਗਰੀ ਦੀ ਮੰਗ ਹੈ। ਹਾਂਜੀ, ਕੋਈ ਐਨੀਵਨ, ਇੱਕ ਬੱਚਾ। ਮੰਨ ਲਓ ਤੁਸੀਂ ਸਰਕਾਰ ਤੋਂ ਮੰਗ ਕਰਨੀ ਹੋਵੇ, ਕਿਹੜੀ ਮੰਗ ਕਰੋਗੇ? ਇੱਕ ਮੰਗ ਬੋਲੋ। ਹਾਂਜੀ ਸੰਜੀਵ। ਹਾਂਜੀ ਸੰਜੀਵ ਭਾਰਤੀ। ਯੈਸ ਮੈਮ। ਗਾਇਬ। ਹਾਂਜੀ ਦੱਸੋ, ਇੱਕ ਮੰਗ ਦੱਸ ਵੀ ਤੂੰ ਪ੍ਰਣਾਲੀ ਤੋਂ ਮੰਗ ਕਰਨੀ ਹੈ, ਸਰਕਾਰ ਤੋਂ ਦੱਸ ਤੂੰ ਕੀ ਮੰਗੇਗਾ। ਇੰਨੀ ਦੇਰ ਨਹੀਂ ਲਾਣੀ, ਇੰਨਾ ਟਾਈਮ ਨਹੀਂ ਮੇਰੇ ਕੋਲ ਹੈ। ਜੋਬ ਦੀ। ਹਾਂ ਚਲੋ, ਇਹ ਸੰਜੀਵ ਭਾਰਤੀ ਕਹਿੰਦਾ ਮੈਂ ਰੁਜ਼ਗਾਰ ਮੰਗੂਗਾ, ਵੀ ਸਰਕਾਰ ਨੌਕਰੀਆਂ ਦੇਵੇ। ਇਹ ਕਿਹੜੀ ਆ ਗਈ? ਸੇਵਾਵਾਂ ਸੰਬੰਧੀ ਮੰਗ। ਹੋਰ ਕੋਈ ਬੱਚਾ ਕੀ ਮੰਗਣਾ ਚਾਹੁੰਦਾ? ਇੰਨੀਆਂ ਲੱਖਾਂ ਮੰਗਾਂ ਨੇ, ਬੋਲੋ। ਹਾਂਜੀ ਬੋਲੋ। ਫਾਲਤੂ ਦੇ ਵਿੱਚ ਤਾਂ ਤੁਸੀਂ ਮਾਈਕ ਔਨ ਕਰ ਕਰਕੇ ਰੌਲਾ ਪਾਉਂਦੇ ਹੋ। ਹੁਣ ਦੱਸੋ, ਕੋਈ ਮੰਗ ਕੁਛ ਨਹੀਂ ਚਾਹੁੰਦੇ? ਕਿਸੇ ਦੀ ਕੋਈ ਮੰਗ ਨਹੀਂ ਹੈ? ਬੜੇ ਵਧੀਆ ਬੱਚੇ। ਮੈਂ ਕਹਿ ਤਾਂ ਰਿਹਾ ਜੀ ਨੌਕਰੀਆਂ ਦੀ ਮੰਗ ਜੀ। ਕੱਲੀ ਇੱਕ ਨੌਕਰੀ ਹੈ ਬਸ? ਨੌਕਰੀਆਂ ਕਹਿਤੀਆਂ ਸੰਜੀਵ ਨੇ, ਹੋਰ ਦੱਸੋ। ਮੈਮ ਜੀ ਸਰਕਾਰੀ ਸਕੂਲਾਂ ਵਿੱਚ ਸੁਧਾਰ ਹੋਣਾ ਚਾਹੀਦਾ ਜੀ। ਹਾਂ ਸਰਕਾਰੀ ਕਿਸਾਨਾਂ ਵਾਲਾ ਅੰਦੋਲਨ ਵਾਲਾ ਹਿਸਾਬ ਜੀ। ਕਿਸਾਨ ਦੇ ਅੰਦੋਲਨ ਨੂੰ ਸੁਣਨੀ ਚਾਹੀਦੀ ਬਾਤ। ਇੱਕ ਮਿੰਟ, ਬਾਰੀ। ਆਪਾਂ ਬਹੁਤ ਮੈਚੁਰ ਬੱਚੇ ਹੈ। +2 ਚ ਬੱਚਾ ਵੱਡਾ ਹੁੰਦਾ ਹੈ। ਇੱਕ ਤੁਹਾਡੇ ਬੋਲਣ ਦਾ ਲਹਿਜਾ ਬਹੁਤ ਠੀਕ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਬੋਲੋ, ਚਾਹੇ ਆਨਲਾਈਨ ਕਲਾਸ 'ਚ ਬੋਲੋ, ਤਾਂ ਤੁਹਾਡੇ ਬੋਲਣ ਤੋਂ ਪਤਾ ਲੱਗਣਾ ਚਾਹੀਦਾ ਕਿ ਇੱਕ ਪੜ੍ਹਿਆ ਲਿਖਿਆ ਔਰ ਸਿਆਣਾ। ਨਹੀਂ ਜੀ ਮੈਡਮ ਜੀ ਏਦਾਂ ਜੀ ਏਦਾਂ ਜੀ, ਇਹ ਕੋਈ ਤਰੀਕਾ ਨਹੀਂ ਹੈ ਬੋਲਣ ਦਾ। ਬਹੁਤ ਜਦੋਂ ਬੋਲੀ ਦਾ ਨਾ ਬੇਟੇ, ਮੇਰੀ ਗੱਲ ਸੁਣ ਲਓ। ਗੱਲ ਇਹ ਹੈ ਵੀ ਜਿੰਨੀ ਅਸੀਂ ਸਕੂਲਾਂ 'ਚ ਅਕਲ ਤੁਹਾਨੂੰ ਸਿਖਾਉਣੀ ਸੀ, ਉਹ ਟਾਈਮ ਹੀ ਨਹੀਂ ਮਿਲਿਆ ਸਾਨੂੰ ਅਕਲ ਸਿਖਾਉਣ ਦਾ। ਜਿੱਦਾਂ ਤੁਸੀਂ ਆਮ ਬੋਲਦੇ ਹੋ, ਜਿੱਦਾਂ ਅਸੀਂ ਆਮ ਦੋਸਤਾਂ ਨਾਲ ਗੱਲਾਂ ਕਰਦੇ ਹਾਂ, ਜਾਂ ਆਮ ਅਸੀਂ ਘਰ 'ਚ ਬੋਲਦੇ ਹਾਂ, ਜਦੋਂ ਅਸੀਂ ਪਬਲਿਕਲੀ ਬੋਲੀਦਾ ਹੈ, ਲੋਕਾਂ ਸਾਹਮਣੇ ਬੋਲੀਦਾ, ਓਦਾਂ ਨਹੀਂ ਬੋਲੀਦਾ। ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਠੀਕ ਹੈ। ਔਰ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਕਿ ਇਹ ਤੁਹਾਡੀ ਰਿਕਾਰਡਿੰਗਸ YouTube ਤੇ ਪੈਣੀ ਹੈ। YouTube ਤੇ ਰਿਕਾਰਡਿੰਗ ਪੈਣ ਦਾ ਮਤਲਬ ਹੈ ਦੁਨੀਆ 'ਚ ਕੋਈ ਵੀ ਬੰਦਾ ਇਹਨੂੰ ਦੇਖ ਸਕਦਾ। ਦੇਖ ਕੇ ਫਿਰ ਉਹ ਕੀ ਸੋਚੇਗਾ ਵੀ ਬੱਚੇ ਕਿੱਦਾਂ ਬੋਲਦੇ, ਠੀਕ ਹੈ। ਇਸ ਕਰਕੇ ਤਰੀਕੇ ਨਾਲ ਬੋਲੋ। ਹਾਂਜੀ, ਇੱਕ ਕਹਿੰਦਾ ਹੈ ਕਿ ਨੌਕਰੀਆਂ ਦੀ ਮੰਗ ਕਰਾਂਗੇ, ਦੂਜਾ ਬੰਦਾ ਕਹਿੰਦਾ ਹੈ ਕਿ ਹਾਂਜੀ ਅਸੀਂ ਸਿੱਖਿਆ ਪ੍ਰਣਾਲੀ 'ਚ ਸੁਧਾਰ, ਸਕੂਲਾਂ ਦੇ ਕੰਡੀਸ਼ਨ ਸੁਧਾਰਾਂਗੇ। ਕਿਸ ਸੰਬੰਧੀ ਮੰਗ ਹੈ? ਸੇਵਾਵਾਂ ਸੰਬੰਧੀ ਮੰਗ। ਕੋਈ ਬੰਦਾ ਕਹਿੰਦਾ ਵੀ ਸਰਕਾਰ ਤੋਂ ਭ੍ਰਸ਼ਟਾਚਾਰ ਖਤਮ ਕਰੇ, ਇਹ ਕੀ ਹੈ? ਬਿਹਾਰ ਨੂੰ ਨਿਯਮਿਤ ਕਰਨ ਦੀ ਮੰਗ। ਕੋਈ ਕਹਿੰਦਾ ਹੈ ਵੀ ਮੈਨੂੰ ਵੀ ਵੋਟ ਦਾ ਅਧਿਕਾਰ ਦਿੱਤਾ ਜਾਵੇ, ਚੋਣ ਲੜਨ ਦਾ ਅਧਿਕਾਰ ਦਿੱਤਾ ਜਾਵੇ, ਇਹ ਕੀ ਹੈ? ਸਰਕਾਰ ਦੇ ਕੰਮਾਂ 'ਚ ਭਾਗ ਲੈਣ ਸੰਬੰਧੀ ਮੰਗ। ਕੋਈ ਕਹਿੰਦਾ ਵੀ ਦੱਸੋ ਜੀ ਸਰਕਾਰ ਨੇ ਇੰਨੇ ਅਰਬ ਰੁਪਈਆ ਕਿੱਥੇ ਖਰਚਿਆ? ਇੰਨਾ ਪੈਸਾ ਆਇਆ WHO ਤੋਂ, ਕਰੋਨਾ ਦੇ ਵਿੱਚ ਇੰਨਾ ਪੈਸਾ ਆਇਆ, ਦੱਸੋ ਸਰਕਾਰ ਨੇ ਕਿੱਥੇ ਖਰਚਿਆ? ਉਹ ਕੀ ਹੈ? ਸੂਚਨਾ ਪ੍ਰਾਪਤ ਕਰਨ ਦੀ ਮੰਗ। ਸੋ ਯਾਦ ਰੱਖਣਾ ਹੈ, ਅਸੀਂ ਸਰਕਾਰ ਅੱਗੇ ਕਈ ਤਰ੍ਹਾਂ ਦੀਆਂ ਲੋਕ ਮੰਗਾਂ ਰੱਖ ਸਕਦੇ ਹਨ। ਮੰਗਾਂ ਨੂੰ ਨਿਵੇਸ਼ ਕਿਹਾ ਜਾਂਦਾ ਹੈ ਤੇ ਮੰਗਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ। ਹੁਣ ਇੱਥੇ ਹੋ ਗਿਆ ਜੀ, ਕਲੀਅਰ ਹੋ ਗਿਆ। ਅੱਗੇ ਚਲੋ, ਅੱਗੇ ਲਿਖੋ ਬੇਟੇ, ਅੱਗੇ ਲਿਖੋ ਨਿਵੇਸ਼ ਸਮਰਥਨ। ਨਿਵੇਸ਼ ਸਮਰਥਨ, ਇਨਪੁਟ ਸਪੋਰਟ, ਇਨਪੁਟ ਸਪੋਰਟ। ਜਿਹੜੇ ਜਸ਼ਨ ਵਰਗੇ ਸਟੂਡੈਂਟ ਇਹ ਗੱਲ ਕਹਿੰਦੇ ਨੇ ਵੀ ਅਸੀਂ ਤਾਂ ਜੀ ਕਾਪੀ ਲੈ ਲਈ ਸੀ ਮੈਡਮ, ਫਲਾਣੇ ਤੋਂ ਲੈ ਕੇ ਉਤਾਰ ਲਿਆ। ਮੈਂ ਤਾਂ ਮਤਲਬ ਆਈ ਐਮ ਸੋ ਸਰਪ੍ਰਾਈਜ਼ਡ ਕਿ ਤੁਸੀਂ ਬੱਚੇ ਅੱਜ ਕੱਲ ਦੇ ਕਿੱਧਰ ਨੂੰ ਜਾ ਰਹੇ ਹੋ। ਤੁਹਾਨੂੰ ਆਪਣਾ ਚੰਗਾ ਮਾੜਾ ਹੀ ਨਹੀਂ ਪਤਾ। ਤੁਹਾਨੂੰ ਇਹ ਲੱਗ ਰਿਹਾ ਹੈ ਕਿ ਹਾਂਜੀ 12ਵੀਂ ਦੀ ਡਿਗਰੀ ਮਿਲ ਜਾਣੀ ਹੈ, ਸਾਰੇ ਪਿਛਲੀ 12ਵੀਆਂ ਵੀ ਪਾਸ ਹੋ ਗਈਆਂ, ਉਦੋਂ ਪਿਛਲੀਆਂ ਵੀ ਪਾਸ ਹੋ ਗਈਆਂ, ਅਸੀਂ ਵੀ ਪਾਸ ਹੋ ਜਾਣਾ, ਬਸ ਫਿਰ ਆਪਾਂ ਨੂੰ ਹੋਰ ਕੋਈ ਲੋੜ ਹੀ ਨਹੀਂ ਹੈਗੀ। ਬਟ 12ਵੀਂ ਪਾਸ ਦੀ ਡਿਗਰੀ ਮਿਲ ਜਾਣੀ, ਇੱਲ ਦਾ ਕੁੱਕੜ ਦਾ ਬਟੇਰ ਸਾਨੂੰ ਆਉਂਦਾ ਨਹੀਂ ਹੋਣਾ। ਕੋਈ ਗੱਲ ਨਹੀਂ, ਨਾ ਆਉਂਦਾ ਹੋ। ਇੰਨੀ ਆਪਣੇ ਸਾਰਿਆਂ ਨੂੰ ਸੁਨੇਹਾ ਦੇ ਦਿਓ ਵੀ ਇਨ ਕੇਸ ਸਕੂਲ ਖੁੱਲ ਗਏ ਜੁਲਾਈ 'ਚ, ਤਾਂ ਮੈਂ ਤੁਹਾਡੀ ਰਗੜਾਈ ਦੇਖੋ ਕਿੰਨੀ ਕਰਨੀ ਹੈ। ਫਿਰ ਸਮਝ ਆ ਗਈ? ਕਰਨੀ ਹੈ ਮੈਂ। ਇਹ ਨਾ ਤੁਸੀਂ ਸੋਚਿਓ ਜਿਸ ਦਿਨ ਖੁੱਲ ਗਏ ਉਦਣ ਹੀ ਸਹੀ, ਵੀ ਹੈ ਹੀ ਨਹੀਂ। ਦੇਖੋ ਕਿੱਡੀ ਮਾੜੀ ਗੱਲ ਹੈ ਕਿ ਇੱਕ ਟੀਚਰ ਛੁੱਟੀਆਂ 'ਚ ਪੜ੍ਹਾ ਰਿਹਾ ਹੋਵੇ, 60 ਬੱਚੇ ਟੀਚਰ ਕੋਲ ਹੋਣ। ਟੀਚਰ ਆਪਣੀ ਛੁੱਟੀਆਂ ਦੇ ਸਮੇਂ ਦੇ ਵਿੱਚੋਂ, ਮੈਂ ਵੀ ਛੁੱਟੀ ਇੰਜੋਏ ਕਰ ਸਕਦੀ ਹਾਂ, ਛੁੱਟੀਆਂ ਦੇ ਸਮੇਂ ਦੇ ਵਿੱਚੋਂ ਟੀਚਰ ਤੁਹਾਡੇ 45 ਮਿੰਟ ਲਗਾਤਾਰ ਬੋਲ ਕੇ ਤੁਹਾਨੂੰ ਪੜ੍ਹਾ ਰਿਹਾ ਹੋਵੇ, ਔਰ ਮੈਂ ਕਹਿੰਦੀ ਹਾਂ 10 ਬੱਚੇ ਕਲਾਸ ਲਾ ਰਹੇ ਹੋਣ। 60 ਦੇ ਵਿੱਚੋਂ 10 ਬੱਚੇ ਕਲਾਸ ਲਾ ਰਹੇ, 10 ਮੇਰੇ ਹੋਣੇ, 7 ਬਾਹਰਲੇ ਹੋਣੇ, ਮੈਨੂੰ ਲੱਗਦਾ 17 ਬੱਚੇ ਟੋਟਲ। ਸ਼ਾਬਾਸ਼, ਵੈਰੀ ਗੁੱਡ, ਬਹੁਤ ਵਧੀਆ, ਬੜਾ ਵਧੀਆ। ਦੇਸ਼ ਦੀ ਉਸਾਰੀ ਹੋਏਗੀ, ਪੰਜਾਬ ਬਹੁਤ ਤਰੱਕੀ ਕਰੇਗਾ।
बहुत अच्छी गल है। आ देखो अगे असीं करन लगे हां निवेश समर्थन। लिखो निवेश समर्थन इनपुट सपोर्ट। लिखो निवेश समर्थन तो भाव है कि जदों लोक या लोकां दे समूह मंगां रखदे हन, जदों लोक या लोकां दे समूह मंगां रखदे हन ਤਾਂ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਲਈ ਜਦੋਂ ਲੋਕ ਜਾਂ ਲੋਕਾਂ ਦੇ ਸਮੂਹ ਪ੍ਰਣਾਲੀ ਅੱਗੇ ਮੰਗਾਂ ਰੱਖਦੇ ਹਨ ਤਾਂ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਲਈ ਪ੍ਰਣਾਲੀ ਨੂੰ ਸਮਰਥਨ ਬ੍ਰੈਕਟ 'ਚ ਲਿਖੋ ਸਾਥ ਦੇਣਾ ਪੈਂਦਾ ਹੈ। ਜਿੰਨਾ ਵੱਧ ਲੋਕ ਪ੍ਰਣਾਲੀ ਨੂੰ ਸਾਥ ਦੇਣਗੇ, ਜਿੰਨਾ ਵੱਧ ਲੋਕ ਪ੍ਰਣਾਲੀ ਨੂੰ ਸਾਥ ਦੇਣਗੇ ਉਨੀ ਵੱਧ ਹੀ ਪ੍ਰਣਾਲੀ ਕੰਮ ਕਰ ਸਕੇਗੀ। ਜਿੰਨਾ ਵੱਧ ਲੋਕ ਪ੍ਰਣਾਲੀ ਨੂੰ ਸਾਥ ਦੇਣਗੇ ਉਨੀ ਵੱਧ ਹੀ ਪ੍ਰਣਾਲੀ ਕੰਮ ਕਰ ਸਕੇਗੀ। ਹੁਣ ਇਹਨੂੰ ਪੁਆਇੰਟ ਨੂੰ ਬੜੇ ਧਿਆਨ ਨਾਲ ਸਮਝਿਓ। ਸਮਰਥਨ ਦੇਣਾ मैंने साथ देना, ਇਹਨੂੰ ਅੰਡਰਲਾਈਨ ਕਰੋ। ਸਮਰਥਨ मैंने साथ, ਇਸ ਚੀਜ਼ ਨੂੰ ਅੰਡਰਲਾਈਨ ਕਰ ਲਓ। ਹੁਣ ਬੜੇ ਧਿਆਨ ਨਾਲ ਸੁਣਿਓ ਕਿ ਪ੍ਰਣਾਲੀ, ਹੁਣ ਮੈਂ ਤੁਹਾਨੂੰ ਪ੍ਰਣਾਲੀ ਵੀ ਭੁੱਲ ਜਾਓ। ਘਰ ਵਿੱਚ ਮੰਨ ਲਓ ਤੁਸੀਂ ਆਪਣੇ ਡੈਡੀ ਅੱਗੇ ਮੰਗ ਰੱਖੀ ਕਿ ਮੈਨੂੰ ਮੋਟਰਸਾਈਕਲ ਲੈ ਦਿਓ, ਠੀਕ ਹੈ ਜੀ। ਡੈਡੀ ਨੇ ਚੁੱਪ ਕਰਾ ਕੇ ਬਿਠਾਤਾ ਵੀ ਚੁੱਪ ਕਰਕੇ ਬਹਿ ਜਾ, ਕੋਈ ਮੋਟਰਸਾਈਕਲ ਨਹੀਂ ਹੈਗਾ, ਠੀਕ ਹੈ। ਫਿਰ ਤੁਸੀਂ ਕੀ ਹੈ, ਡੈਡੀ ਨੇ ਅੱਗੋਂ ਨਾਲ ਹੀ ਕਹਿਤਾ ਵੀ ਪੜ੍ਹਦਾ ਹੈ ਨਹੀਂ, ਪੜ੍ਹਦਾ ਹੈ ਨਹੀਂ, ਨੰਬਰ 1 ਨਹੀਂ ਲਿਆਉਣਾ, ਲੈਣਾ ਮੋਟਰਸਾਈਕਲ, ਠੀਕ ਹੈ। ਫਿਰ ਤੁਸੀਂ ਮੰਮੀ ਤੋਂ ਕਹਾਇਆ, ਮੰਮੀ ਮਨਾ ਲੈ ਡੈਡੀ ਨੂੰ, ਮੈਨੂੰ ਮੋਟਰਸਾਈਕਲ ਲੈ ਦੇ। ਮੰਨ ਲਓ ਤੁਹਾਡੀ ਮੰਮੀ ਨੇ ਵੀ ਡੈਡੀ ਨੂੰ ਕਹਿਤਾ ਵੀ ਲੈ ਦੋ ਮੋਟਰਸਾਈਕਲ, ਡੈਡੀ ਫਿਰ ਵੀ ਨਹੀਂ ਮੰਨੇ। ਫਿਰ ਤੁਸੀਂ ਦਾਦੀ ਦੀ ਗੱਲ ਡੈਡੀ ਮੰਨਦੇ, ਫਿਰ ਤੁਸੀਂ ਦਾਦੀ ਕੋਲ ਚਲੇ ਗਏ, ਬੀਬੀ ਜੀ ਮੇਰੀ ਐ ਕਰੋ, ਤੁਸੀਂ ਕਹੋ, ਤੁਹਾਡੇ ਕਹੇ ਤੇ ਡੈਡੀ ਨੇ ਮੈਨੂੰ ਲੈ ਦੇਣਾ। ਫਿਰ ਤੁਹਾਡੀ ਦਾਦੀ ਨੇ ਬਿਠਾ ਲਿਆ ਡੈਡੀ ਨੂੰ ਵੀ ਐ ਕਰ, ਇਹਨੂੰ ਮੋਟਰਸਾਈਕਲ ਲੈ ਦੇ, ਠੀਕ ਹੈ। ਉਹ ਕੀ ਹੈ, ਤੁਹਾਡੀ ਮੰਗ ਨੂੰ ਸਾਥ ਮਿਲ ਗਿਆ। ਤੁਹਾਡੀ ਇਕੱਲੇ ਦੀ ਮੰਗ ਸੀ, ਤੁਹਾਡੀ ਮੰਮੀ ਨੇ ਵੀ ਤੁਹਾਡੇ ਨਾਲ ਲੱਗ ਗਈ, ਤੁਹਾਡੀ ਦਾਦੀ ਤੁਹਾਡੇ ਨਾਲ ਲੱਗ ਗਈ, ਕਿਸੇ ਹੋਰ ਤੋਂ ਭੈਣ ਤੋਂ ਕਹਾਤਾ, ਉਹ ਕੀ ਹੈ, ਤੁਹਾਡੀ ਮੰਗ ਨੂੰ ਸਾਥ ਮਿਲ ਗਿਆ। ਯਾਦ ਰੱਖਿਓ, ਜਦੋਂ ਮੰਗ ਨੂੰ ਸਾਥ ਮਿਲ ਜਾਂਦਾ, ਹੁਣ ਮੰਨ ਲਓ 2 ਬੱਚੇ ਮੇਰੇ ਕੋਲ ਆ ਗਏ ਵੀ ਮੈਡਮ ਏਦਾਂ ਕਰ ਲਓ ਜੀ, ਠੀਕ ਹੈ। ਹੁਣ ਕਈ ਵਾਰੀ ਕੀ ਹੁੰਦਾ, ਪਿੱਛੇ ਯਾਦ ਹੈ ਪਿਛਲੇ ਸਾਲ ਤੁਹਾਡੇ ਤੁਸੀਂ ਮੋਬਾਈਲ ਕਲਾਸ ਦੇ ਵਿੱਚ ਲੈ ਕੇ ਆਏ, ਕਲਾਸ 'ਚ ਮੋਬਾਈਲ ਫੜ ਲਏ, ਚੀਮਾ ਮੈਮ ਨੇ ਕਲਾਸ ਤੁਹਾਡੇ ਮੋਬਾਈਲ ਫੜ ਲਏ, ਲੈ ਲਏ। ਫਿਰ ਤੁਸੀਂ ਪਹਿਲਾਂ 2 ਬੰਦੇ ਮਿੰਤਾ ਕਰਨ ਗਏ ਕਿ ਮੈਡਮ ਸਾਡੀ ਪਲੀਜ਼ ਸਾਡੇ ਮੋਬਾਈਲ ਮੋੜ ਦਿਓ ਜੀ, ਅੱਗੋਂ ਨਹੀਂ ਲੈ ਕੇ ਆਓ। ਫਿਰ ਤੁਸੀਂ ਮੇਰੇ ਕੋਲ ਆ ਗਏ ਕਿ ਮੈਡਮ ਪਲੀਜ਼ ਮੈਡਮ ਤੁਸੀਂ ਕਹਿ ਦਿਓ ਇੱਕ ਵਾਰੀ, ਹੈ ਨਾ ਮੈਡਮ, ਸਾਡੇ ਮੋਬਾਈਲ ਮੋੜ। ਹੋ ਸਕਦਾ ਜੇ ਮੈਂ ਵੀ ਕਹਿਤਾ ਵੀ ਚੀਮਾ ਮੈਮ ਚਲੋ ਦੇ ਦਿਓ ਇਹਨਾਂ ਨੂੰ, ਐ ਕਰੋ ਅਗਲੀ ਵਾਰੀ ਨਹੀਂ ਲੈ ਕੇ ਆਉਣਗੇ, ਮਾਫ ਕਰ ਦਿਓ। ਜੇ ਮੇਰੇ ਕਹੇ ਤੇ ਵੀ ਨਾ ਮੰਨੇ, ਹੋ ਸਕਦਾ ਤੁਹਾਡੇ ਪੇਰੈਂਟਸ ਜਾਂ ਪ੍ਰਿੰਸੀਪਲ ਤੋਂ ਇੰਨੀ ਗੱਲ ਕਹਾ ਦਿਓ ਵੀ ਮੈਡਮ ਚੱਲ ਚੀਮਾ ਮੈਡਮ ਤੁਸੀਂ ਦੇ ਦਿਓ। ਉਹ ਕੀ ਹੈ, ਤੁਹਾਡੀ ਮੰਗ ਨੂੰ ਸਾਥ ਮਿਲ ਗਿਆ। ਪਰ ਨਾਲ ਹੀ ਮੈਡਮ ਨੇ ਇੱਕ ਸ਼ਰਤ ਰੱਖਤੀ ਵੀ ਅੱਗੋਂ ਮੋਬਾਈਲ ਨਹੀਂ ਲੈ ਕੇ ਆਉਣਾ। ਠੀਕ ਇਸੇ ਤਰੀਕੇ ਨਾਲ ਮੰਨ ਲਓ ਤੁਸੀਂ ਮੋਟਰਸਾਈਕਲ ਮੰਗਿਆ, ਡੈਡੀ ਨੇ ਸ਼ਰਤ ਰੱਖਤੀ ਵੀ ਮੋਟਰਸਾਈਕਲ ਲੈ ਦੂ ਪਰ 12ਵੀਂ 'ਚ 80% ਨੰਬਰ ਆਉਣੇ ਚਾਹੀਦੇ। ਕੀ ਮਤਲਬ ਕਿ ਜਦੋਂ ਅਸੀਂ ਕਿਸੇ ਤੋਂ ਮੰਗਾਂ ਰੱਖਦੇ ਹਾਂ ਤਾਂ ਸਾਨੂੰ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਲਈ ਸਾਥ ਵੀ ਚਾਹੀਦਾ ਹੈ, ਬਦਲੇ ਵਿੱਚ ਸਾਨੂੰ ਵੀ ਕੁਝ ਕਰਨਾ ਪਏਗਾ। ਜੇ ਅਸੀਂ ਸੋਚੀਏ ਵੀ ਨਾ ਅਸੀਂ ਘਰਦਿਆਂ ਦਾ ਕਹਿਣਾ ਮੰਨੀਏ, ਠੀਕ ਹੈ, ਨਾ ਅਸੀਂ ਘਰ ਦਾ ਕੋਈ ਕੰਮ ਕਰੀਏ, ਨਾ ਅਸੀਂ ਕਿਸੇ ਨੂੰ ਕਰੀਏ, ਤੇ ਨਾ ਅਸੀਂ ਪੜ੍ਹੀਏ, ਅਸੀਂ ਕੁਛ ਨਾ ਕਰੀਏ, ਬਦਲੇ ਵਿੱਚ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਹੋਣ, ਇਹ ਨਹੀਂ ਹੋ ਸਕਦਾ। ਯਾਦ ਰੱਖਿਓ ਜ਼ਿੰਦਗੀ ਹੈ, ਤੇ ਮੈਂ ਤੁਹਾਨੂੰ ਲੈਸਨ ਇੰਨਾ ਸੌਖਾ ਕਰਕੇ ਪੜ੍ਹਾ ਰਹੀ ਹਾਂ ਕਿ ਜੇ ਤੁਸੀਂ ਚਾਹੁੰਦੇ ਹੋ ਤੁਹਾਡੀਆਂ ਮੰਗਾਂ ਪੂਰੀਆਂ ਹੋਣ ਤਾਂ ਬਦਲੇ ਵਿੱਚ ਤੁਹਾਨੂੰ ਵੀ ਕੁਝ ਕਰਨਾ ਪਏਗਾ। ਜੇ ਅਸੀਂ ਕਹਿੰਦੇ ਹਾਂ ਅਮਰੀਕਾ 'ਚ ਅਮਰੀਕਾ ਦੀ ਸਰਕਾਰ ਇੰਨਾ ਕੁਛ ਦਿੰਦੀ ਹੈ, ਇੰਗਲੈਂਡ ਦੀ ਦਿੰਦੀ ਹੈ, ਕੈਨੇਡਾ ਦੇਖੋ ਕਿੰਨਾ ਵਧੀਆ ਲੋਕਾਂ ਨੂੰ ਆਹ ਮਿਲਦਾ, ਤਾਂ ਬਦਲੇ ਵਿੱਚ ਉੱਥੋਂ ਦੇ ਲੋਕ ਵੀ ਵਧੀਆ ਨੇ। ਸੋ ਇਸ ਕਰਕੇ ਜੇ ਆਪਾਂ ਮੰਗਾਂ ਪੂਰੀਆਂ ਕਰਾਉਣੀਆਂ ਤਾਂ ਸਾਨੂੰ ਸਾਥ ਵੀ ਦੇਣਾ ਪਵੇਗਾ। ਇਹਨੂੰ ਆਪਾਂ ਕਹਿੰਦੇ ਆ ਨਿਵੇਸ਼ ਸਮਰਥਨ। ਨਿਵੇਸ਼ ਮੈਨੇ ਮੰਗਾਂ, ਸਮਰਥਨ ਮੈਨੇ ਸਾਥ ਦੇਣਾ, ਮੰਗਾਂ ਨੂੰ ਪੂਰੀਆਂ ਕਰਨ ਦੇ ਲਈ ਸਾਥ ਦੇਣਾ। ਸਮਝ ਆ ਗਈ ਗੱਲ? ਹੁਣ ਲਿਖਣਾ ਸ਼ੁਰੂ ਕਰੋ। ਨਿਵੇਸ਼ ਸਮਰਥਨ। ਨਿਵੇਸ਼ ਸਮਰਥਨ 4 ਤਰ੍ਹਾਂ ਦਾ ਹੈ। There are 4 types of
इनपुट सपोर्ट। नंबर 1 भौतिक समर्थन। भौतिक समर्थन, भौतिक मैंने धन नाल संबंधित। भौतिक समर्थन च की है, समय ते कर देना, समय ते टैक्स पे करना, लिखो समय ते जुर्माने भरने, जनता दे कारजां दे लई पैसा देना, निका दले मतलब जे तुसी चाहते हो कि हाँ हुण बाहरले देशां 'ਚ सरकार इन्नियां सहूलतां दिंदी, उत्थे कोई टैक्स की चोरी भी नहीं करता, हर बंदा 30% टैक्स भी दिंदा है, चंगे कंमां लई पैसे भी दिंदा है। हुण साडे देश 'ਚ भी कई दिंदे ने, आह देखो हुण करोना फंड ने, दूसरे फंड ने, पर साडे पंगा एक होर है ना, साडे वैसे तुसी किसे आप अपने हत्थ नाल दे दो, या किसे तुसी कोई इंस्टीट्यूशन बनाई, साडे जे सरकार दे फंड 'ਚ आपां पैसे पा भी दिंदे आ, साडे तां सरकारां खा जांदियां ना। साडे देश 'ਚ कई पंगे ने ना। मान लो करोना फंड आया कि हाँ जी करोना दे लई फंड दिओ, ਤਾਂ ਤੁਹਾਨੂੰ ਕੀ ਪਤਾ ਤੁਸੀਂ ਪੈਸੇ ਤੁਸੀਂ 10,000 ਦੇ ਤਾਂ ਖੋਰੇ ਉਹ 10,000 ਰੁਪਇਆ ਕਰੋਨਾ ਵਾਲਿਆਂ ਤੱਕ ਪਹੁੰਚਣਾ ਕਿ ਨਹੀਂ ਪਹੁੰਚਣਾ। ਹੜ੍ਹ ਆ ਜਾਂਦੇ ਨੇ, ਹੜ੍ਹਾਂ ਦੇ ਲਈ ਸਮਾਨ ਲੋਕੀ ਸਮਾਨ ਦਿੰਦੇ ਨੇ, ਪੈਸਾ ਦਿੰਦੇ ਨੇ, ਉਹ ਵਿੱਚੇ ਵਿੱਚੇ ਵਾੜੇ ਹੀ ਖਾ ਜਾਂਦੇ ਨੇ। ਸੋ ਸਾਡੇ ਦੇਸ਼ ਦਾ ਤਾਂ ਥੋੜਾ ਸੀਨ ਅਲੱਗ ਹੈ। ਅਦਰਵਾਈਜ਼ ਸਮੇਂ ਤੇ ਕਰਨਾ, ਸਮੇਂ ਤੇ ਕਰਾਂ ਦੀ ਭੁਗਤਾਨ ਕਰਨਾ, ਇਹ ਸਾਡਾ ਫਰਜ਼ ਹੈ। ਜੇ ਅਸੀਂ ਆਪਣੇ ਫਰਜ਼ ਪੂਰੇ ਕਰਾਂਗੇ ਤਾਂ ਹੀ ਸਾਡੀ ਪ੍ਰਣਾਲੀ ਕੰਮ ਕਰ ਸਕਦੀ ਹੈ। ਨੰਬਰ 2 ਲਿਖੋ, ਆਗਿਆ ਪਾਲਣ कानूनी समर्थन। एक एक करके हौली 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 हौली। आज्ञा पालन समर्थन, ओबीडियंस सपोर्ट, ਇਹਦੇ ਚ ਕੀ ਹੈ ਕਿ ਆਗਿਆ ਵੀ ਮੰਨੋ। ਮੈਂ ਤੁਹਾਨੂੰ ਹੁਣ ਕਹਿ ਕੇ ਹਟੀ ਹਾਂ, ਤੁਸੀਂ ਘਰ ਚ ਆਪਣੀਆਂ ਮੰਗਾਂ ਬਣਾਉਣੀਆਂ, ਮਾਂ ਪਿਓ ਦਾ ਕਹਿਣਾ ਵੀ ਤਾਂ ਮੰਨੋ। ਇਸੇ ਤਰੀਕੇ ਨਾਲ ਆਗਿਆ ਪਾਲਣ ਚ ਕੀ ਆ ਜਾਂਦਾ ਹੈ ਕਿ ਸਰਕਾਰ ਦਾ ਕਹਿਣਾ ਮੰਨੋ, ਕਾਨੂੰਨਾਂ ਦੀ ਪਾਲਣਾ ਕਰੋ, ਨਿਯਮਾਂ ਦੀ ਪਾਲਣਾ ਕਰੋ, ਜਿਵੇਂ ਤੁਹਾਡੀ ਪ੍ਰਣਾਲੀ ਕਹਿ ਰਹੀ ਆ ਉਹਨਾਂ ਗੱਲਾਂ ਨੂੰ ਤੁਸੀਂ ਸਾਰਿਆਂ ਨੂੰ ਸਮਝੋ, ਉਹਨੂੰ ਕਰੋ। ਆਗਿਆ ਤਾਂ ਮੰਨੋ। ਸਾਡੀ ਸਰਕਾਰ ਜੋ ਮਰਜ਼ੀ ਭਾਰਤ ਵਿੱਚ ਕਹਿ ਦੇ, ਆਪਾਂ ਤਾਂ ਆਗਿਆ, ਆਪਾਂ ਤਾਂ ਕਿਸੇ ਗੱਲ ਤੇ ਆਗਿਆ ਨਹੀਂ ਮੰਨਦੇ। ਸਰਕਾਰ ਦੀ ਤਾਂ ਦੂਰ ਦੀ ਗੱਲ, ਅਸੀਂ ਆਪਣੇ ਮਾਂ ਪਿਓ ਦੀ ਨਹੀਂ ਮੰਨਦੇ, ਅਸੀਂ ਆਪਣੇ ਅਧਿਆਪਕ ਦੀ ਨਹੀਂ ਮੰਨਦੇ। ਅਧਿਆਪਕ ਸਾਡੀ ਮਰਨ ਵਾਲੀ ਕੀਤੀ ਪਈ ਹੈ ਮੈਡਮ ਵਿਚਾਰੀ, ਆਪਾਂ ਕਿੱਥੇ ਉਹਦੀ ਗੱਲ ਮੰਨਦੇ ਆ? ਆਪਾਂ ਮੰਨਦੇ ਹੀ ਨਹੀਂ। ਆਪਾਂ ਹੋਰ ਤਾਂ ਹੋਰ ਆਪਣੇ ਭਲੇ ਲਈ ਨਹੀਂ ਮੰਨਦੇ, ਵੱਡੀ ਵੱਡੀ ਗੱਲ ਹੈ। हाँ मैडम छोटी बात है। ਹਾਂ ਜੇ ਤਾਂ ਮੈਂ ਕਹਿ ਦਵਾਂ ਨਾ ਵੀ ਬੇਟੇ ਤੁਸੀਂ ਆਇਓ ਛੁੱਟੀਆਂ ਦੇ ਵਿੱਚ ਨਾ, ਆ ਕੇ ਥੋੜੇ ਜਿਹੇ ਮੇਰੇ ਘਰ ਦੇ ਕੰਮ ਕਰ ਜਿਓ, ਹੈ ਨਾ, ਜਾਂ ਮੈਂ ਥੱਕ ਗਈ, ਮੇਰੀਆਂ ਲੱਤਾਂ ਘੁੱਟ ਜਿਓ ਪੁੱਤਰ ਆ ਕੇ, ਹੈ ਨਾ, ਆ ਜਿਓ ਫਲਾਣੇ, ਆ ਜੀ ਤੂੰ ਮੇਰੇ, बहुत कुर्सियां जी बहुत। ਫਿਰ ਤਾਂ ਤੁਸੀਂ ਫਿਰ ਵੀ ਮੰਨੋ ਵੀ ਹਾਂ ਮੈਡਮ ਅਸੀਂ ਤਾਂ ਬਿਜ਼ੀ। ਤੁਹਾਡੇ ਲਈ ਕਹਿ ਰਹੀ ਹਾਂ, ਤੁਸੀਂ ਕਲਾਸ ਲਾਓ, ਤੁਸੀਂ ਪੜ੍ਹੋ ਬੇਟੇ, ਤੁਹਾਡੇ ਨੰਬਰ ਆਉਣਗੇ, ਸਾਨੂੰ ਤਾਂ ਤਨਖਾਹ ਮਿਲੇ ਜਾਣੀ ਹੈ। ਜੇ ਅਸੀਂ ਕਲਾਸ ਨਹੀਂ ਵੀ ਲਵਾਂਗੇ, ਮੈਂ ਇਕੱਲੇ ਨੋਟਸ ਵੀ ਪਾਈ ਜਾਵਾਂ ਤਾਂ ਵੀ ਸਾਨੂੰ ਤਨਖਾਹ ਮਿਲ ਜਾਣੀ ਹੈ। ਤੁਸੀਂ ਤਾਂ ਆਪਣੇ ਭਲੇ ਲਈ ਕੁਝ ਨਹੀਂ ਕਰਦੇ, ਦੂਜੇ ਦੇ ਭਲੇ ਲਈ ਤਾਂ ਕਿਆ ਕਰਨਾ। ਸੋਚ ਕੇ ਦੇਖੋ ਸਿਸਟਮ। ਫਿਰ ਅਸੀਂ ਕਹਿੰਦੇ ਹਾਂ ਜੀ ਕੈਨੇਡਾ 'ਚ ਏਦਾਂ ਹੁੰਦਾ ਜੀ, ਅਮਰੀਕਾ 'ਚ ਏਦਾਂ ਹੁੰਦਾ ਜੀ, ਫਲਾਣੀ ਜਗ੍ਹਾ ਏਦਾਂ ਹੁੰਦਾ ਜੀ, ਫਲਾਣੀ ਸਰਕਾਰ। ਅਸੀਂ ਹਮੇਸ਼ਾ ਦੂਜੇ ਵਿੱਚ ਨੁਕਸ ਕੱਢਦੇ ਹਾਂ, ਅਸੀਂ ਆਪਣੇ ਬਾਰੇ ਨਹੀਂ ਸੋਚਦੇ। ਜਦ ਕਿ ਸਾਨੂੰ ਪਹਿਲਾਂ ਸੋਚੋ ਤੁਸੀਂ ਕੀ ਕਰਦੇ ਹੋ, ਵਾਟ ਇਜ਼ ਯੂਅਰ ਡਿਊਟੀ। ਸਮਝ ਆ ਗਈ? ਆਗਿਆ ਪਾਲਣ। ਤੀਸਰਾ ਸਾਥ ਸਾਨੂੰ ਦੇਣਾ ਪੈਂਦਾ। ਲਿਖੋ ਸਹਿਭਾਗੀ ਸਮਰਥਨ, ਪਾਰਟਿਸਿਪੇਸ਼ਨ ਸਪੋਰਟ, ਸਪੋਰਟ ਆਫ ਬਾਈ ਪਾਰਟਿਸਿਪੇਸ਼ਨ। ਕੀ ਮਤਲਬ? ਪ੍ਰਣਾਲੀ ਦੇ ਕੰਮਾਂ ਵਿੱਚ ਭਾਗ ਲੈਣਾ, ਪ੍ਰਣਾਲੀ ਦੇ ਕੰਮਾਂ ਵਿੱਚ ਭਾਗ ਲੈਣਾ। ਹੁਣ ਸਪੋਰਟ ਤਾਂ ਕਰੋ, ਪ੍ਰਣਾਲੀ ਦੇ ਕੰਮਾਂ 'ਚ ਭਾਗ ਤਾਂ ਲਓ, ਵੋਟ ਪਾਉਣ ਜਾਓ, ਆਪਣੀ ਵੋਟ ਬਣਵਾਓ, ਆਪਣੇ ਨਿਯਮਾਂ ਦਾ ਪਾਲਣ ਕਰੋ। ਪ੍ਰਣਾਲੀ ਜੋ ਕਹਿੰਦੀ ਹੈ, ਜੇ ਕਹਿੰਦੀ ਹੈ ਟ੍ਰੈਫਿਕ ਲਾਈਟਾਂ ਕਹਿੰਦੀਆਂ ਰੈੱਡ ਤੇ ਰੁਕੋ ਤਾਂ ਸਹੀ। ਜੇ ਸਰਕਾਰ ਕਹਿੰਦੀ ਹੈ ਮਾਸਕ ਪਾਓ ਤਾਂ ਸਹੀ। ਸਰਕਾਰ ਕਹਿੰਦੀ ਹੈ ਮੁਫਤ ਟੀਕੇ ਲੱਗਦੇ, ਟੀਕੇ ਲਗਵਾਓ ਤਾਂ ਸਹੀ। ਸਰਕਾਰ ਨੂੰ ਲੋੜ ਪੈ ਗਈ, ਪ੍ਰਣਾਲੀ ਨੂੰ ਲੋੜ ਪੈ ਗਈ, ਸੈਨਾ ਵਿੱਚ ਭਰਤੀ ਹੋ ਭਾਈ, ਹੋ ਤਾਂ ਸਹੀ। ਆਪਾਂ ਕਹਿੰਦੇ ਆਪਾਂ ਕੁਛ ਵੀ ਨਾ ਕਰੀਏ ਤੇ ਬਦਲੇ ਸਰਕਾਰ ਸਭ ਕੁਝ ਕਰੇ। ਇਟ ਇਜ਼ ਨਾਟ ਐਟ ਆਲ ਪੋਸੀਬਲ। ਜੇ ਅਸੀਂ ਚਾਹੁੰਦੇ ਹਾਂ ਸਾਨੂੰ ਸਾਡੀਆਂ ਮੰਗਾਂ ਪੂਰੀਆਂ ਹੋਣ, ਤਾਂ ਸਾਨੂੰ ਬਦਲੇ ਵਿੱਚ ਸਾਥ ਦੇਣਾ ਹੀ ਪਵੇਗਾ। ਉਹਨੂੰ ਆਪਾਂ ਕਹਿੰਦੇ ਆ ਕਿਸ ਤਰੀਕੇ ਦਾ ਸਾਥ, ਚਾਹੇ ਅਸੀਂ ਪੈਸੇ ਵੱਲੋਂ ਸਾਥ ਦਈਏ, ਚਾਹੇ ਅਸੀਂ ਪ੍ਰਣਾਲੀ ਤੇ ਕੰਮਾਂ 'ਚ ਭਾਗ ਲਈਏ, ਸਾਨੂੰ ਸਾਥ ਦੇਣਾ ਹੀ ਪਵੇਗਾ। ਚੌਥਾ ਲਿਖੋ, ਸਨਮਾਨ ਸਮਰਥਨ, ਸਨਮਾਨ ਸਮਰਥਨ, ਰਿਸਪੈਕਟ ਸਪੋਰਟ, ਰਿਸਪੈਕਟ ਸਪੋਰਟ। ਚੌਥੀ ਚੀਜ਼
ਕਿ ਸਨਮਾਨ ਤਾਂ ਦਿਓ ਯਾਰ, ਰਿਸਪੈਕਟ ਤਾਂ ਦਿਓ। ਹੁਣ ਮੰਨ ਲਓ ਤੁਹਾਡੇ ਮਾਂ-ਪਿਓ ਨੇ, ਜੇ ਤੁਸੀਂ ਘਰ ਦਾ ਕੰਮ ਵੀ ਨਹੀਂ ਕਰਦੇ, ਤੁਸੀਂ ਘਰੇ ਕੋਈ ਉਹਨਾਂ ਦੀ ਹੈਲਪ ਵੀ ਨਹੀਂ ਕਰ ਰਹੇ, ਤੁਸੀਂ ਕੁਛ ਵੀ ਨਾ ਕਰ ਰਹੇ ਤੁਹਾਡੇ ਤੋਂ, ਫਿਰ ਉੱਤੋਂ ਤੁਸੀਂ ਤੂੰ ਕਰਕੇ ਖਾਣ ਨੂੰ ਪਾਓ ਮਾਂ-ਪਿਓ ਨੂੰ, ਉਹਦੇ ਨਾਲ ਮਰ ਜਾਓ, ਹੋਰ ਕੁਛ ਨਹੀਂ ਕਰ ਸਕਦੇ। ਇੱਜ਼ਤ ਤਾਂ ਕਰੋ ਮਾਂ-ਪਿਓ ਦੀ, ਅਧਿਆਪਕਾਂ ਦੀ ਇੱਜ਼ਤ ਤਾਂ ਕਰੋ। ਇਸੇ ਤਰੀਕੇ ਦੇ ਨਾਲ ਆਪਣੇ ਦੇਸ਼ ਨੂੰ, ਪ੍ਰਣਾਲੀ ਦਾ ਪਿਆਰ ਤਾਂ ਕਰੋ, ਆਪਣੇ ਦੇਸ਼ ਨੂੰ ਪਿਆਰ ਤਾਂ ਕਰੋ, ਆਪਣੇ ਦੇਸ਼ ਨੂੰ ਸਨਮਾਨ ਤਾਂ ਦਿਓ, ਆਪਣੇ ਦੇਸ਼ ਦੇ ਜਵਾਨਾਂ ਪ੍ਰਤੀ ਪਿਆਰ ਰੱਖੋ, ਆਪਣੇ ਦੇਸ਼ ਪ੍ਰਤੀ ਪਿਆਰ ਰੱਖੋ, ਆਪਣੀ ਪ੍ਰਣਾਲੀ ਪ੍ਰਤੀ ਪਿਆਰ ਰੱਖੋ। ਹੁਣ ਜਾਪਾਨ ਦੇ ਲੋਕ ਨੇ, ਉਹ ਆਪਣੇ ਦੇਸ਼ ਨੂੰ ਇੰਨਾ ਪਿਆਰ ਕਰਦੇ, ਇੰਨਾ ਪਿਆਰ ਕਰਦੇ। ਸੋ ਦੇਸ਼ ਭਗਤੀ ਸਾਡੇ ਵਿੱਚ ਨਹੀਂ, ਦੇਸ਼ ਪਿਆਰ ਸਾਡੇ ਚ ਨਹੀਂ, ਦੇਸ਼ ਲਈ ਅਸੀਂ ਕੁਝ ਕਰਨ ਲਈ ਤਿਆਰ ਨਹੀਂ, ਹਰ ਬੰਦਾ ਦੂਜੇ ਤੇ ਇਲਜ਼ਾਮ ਲਾਉਂਦਾ, ਫਿਰ ਉੱਥੇ ਕੰਮ ਨਹੀਂ ਹੋ ਸਕਦਾ। ਸੋ ਜੇ ਅਸੀਂ ਪ੍ਰਣਾਲੀ ਤੋਂ ਕੰਮ ਕਰਾਉਣਾ ਹੈ ਤਾਂ ਪ੍ਰਣਾਲੀ ਨੂੰ 4 ਤਰ੍ਹਾਂ ਦਾ ਸਮਰਥਨ ਦੇਣਾ ਪੈਂਦਾ ਹੈ। ਮੈਂ ਆਪਣੇ YouTube ਚੈਨਲ ਦੇ ਉੱਤੇ ਬਹੁਤ ਸੌਖੀ ਐਗਜ਼ਾਮਪਲ ਪਾਈ ਹੋਈ ਹੈ ਕਿ ਜੇ ਅਸੀਂ ਰੱਬ ਤੋਂ ਵੀ ਕੁਝ ਮੰਗਣਾ ਤਾਂ ਰੱਬ ਤੋਂ ਵੀ 4 ਚੀਜ਼ਾਂ ਸਾਨੂੰ ਬਦਲੇ ਵਿੱਚ ਕਰਨੀਆਂ ਪੈਂਦੀਆਂ। 3 ਕੁਛ ਤਾਂ ਕਰੋ। ਸੇਵਾ 3 ਤਰ੍ਹਾਂ ਦੀ ਲਿਖੀ ਹੈ, ਤਨੋ ਮਨੋ ਧਨੋ। ਜਾਂ ਤਾਂ ਗੁਰਦੁਆਰਿਆਂ 'ਚ ਦਾਨ ਦਿਓ, ਭੌਤਿਕ ਸਮਰਥਨ, ਪੈਸੇ ਵੱਲੋਂ ਗੁਰਦੁਆਰਿਆਂ 'ਚ ਕੁਝ ਕਰੋ। ਜੇ ਤੁਹਾਡੇ ਕੋਲ ਪੈਸਾ ਹੈਗਾ, ਲੰਗਰ ਲਾਓ, ਬਿਲਡਿੰਗ ਬਣਾਓ, ਗੁਰਦੁਆਰੇ ਦੇ ਆਸ਼ਰਮ ਤਿਆਰ ਕਰੋ, ਦਵਾਈਆਂ ਦਿਓ ਗੁਰਦੁਆਰਿਆਂ ਦੇ ਵਿੱਚ। ਗੁਰਦੁਆਰਿਆਂ ਦੇ ਵਿੱਚ ਜੇ ਹੁਣ ਇਸ ਵੇਲੇ ਕਰੋਨਾ, ਉੱਥੇ ਡੋਨੇਟ ਕਰੋ। ਖਾਲਸਾ ਏਡ ਵਾਲੇ ਇੰਨਾ ਕੰਮ ਕਰ ਰਹੇ ਆ, ਉੱਥੇ ਡੋਨੇਟ ਕਰੋ। ਦੂਜੀ ਗੱਲ ਕੀ ਹੈ? ਸੇਵਾ ਤਨੋ ਮਨੋ ਧਨੋ। ਜਾਂ ਫਿਰ ਗੁਰਦੁਆਰੇ ਜਾ ਕੇ ਤਨੋ ਸੇਵਾ ਕਰੋ, ਲੰਗਰ ਦੀ ਸੇਵਾ ਕਰੋ, ਸਫਾਈ ਦੀ ਸੇਵਾ ਕਰੋ, ਭਾਂਡਿਆਂ ਦੀ ਸੇਵਾ ਕਰੋ। ਤੀਜਾ ਮਨੋ, ਮਨੋ ਤਾਂ ਕਰੋ, ਪਾਠ ਕਰੋ, ਪ੍ਰਮਾਤਮਾ ਅੱਗੇ ਜਾ ਕੇ ਮੱਥਾ ਟੇਕੋ, ਪ੍ਰਮਾਤਮਾ ਦੇ ਨਾਲ ਜੁੜੋ, ਕੋਈ ਰੱਬ ਦਾ ਸਿਮਰਨ ਕਰੋ। ਆਪਾਂ ਕੀ ਕਹਿੰਦੇ ਆ ਵੀ ਨਾ ਤਾਂ ਅਸੀਂ ਤਨੋ ਸੇਵਾ ਕਰੀਏ, ਨਾ ਅਸੀਂ ਕਰੀਏ ਮਨੋ, ਤੇ ਨਾ ਅਸੀਂ ਕਰੀਏ ਧਨੋ। ਅਸੀਂ ਕੁਛ ਨਹੀਂ ਕਰਨਾ, ਕਰ ਰੱਬਾ ਤੂੰ ਜੋ ਕਰਨਾ। ਸੋਚ ਕੇ ਦੇਖੋ। ਇਸੇ ਤਰੀਕੇ ਦੇ ਨਾਲ ਘਰ 'ਚ, ਇਸੇ ਤਰੀਕੇ ਦੇ ਨਾਲ ਸਕੂਲ 'ਚ ਮੈਡਮਾਂ ਲਈ ਹੈ ਵੀ ਮੈਡਮ ਤੁਸੀਂ ਕਲਾਸ ਵੀ ਲਾਓ, ਤੁਸੀਂ ਨੋਟਸ ਵੀ ਭੇਜੋ। ਤੁਸੀਂ ਸੋਚ ਕੇ ਦੇਖੋ, ਕੋਈ ਮੈਨੂੰ ਕਹਿੰਦਾ ਮੈਡਮ ਤੁਸੀਂ ਨੋਟਸ ਪਾ ਦਿਆ ਕਰੋ ਜੀ, ਆਪਾਂ ਨੇ ਨੋਟਸ ਪਾਤੇ। ਮੈਡਮ ਜੀ ਤੁਸੀਂ ਐਂ ਕਰੋ, ਕਲਾਸ ਲਾਇਆ ਕਰੋ ਜੀ, ਆਪਾਂ ਕਲਾਸ ਲਾ ਲਈ। ਮੈਡਮ ਜੀ ਸਵੇਰੇ ਨਹੀਂ ਲਾਇਆ ਕਰੋ, ਸ਼ਾਮ ਨੂੰ ਲਾਇਆ ਕਰੋ, ਸਵੇਰੇ ਅਸੀਂ ਬਿਜ਼ੀ ਹਾਂ, ਸਵੇਰੇ ਲਾ ਲਈ। ਸ਼ਾਮ ਨੂੰ ਲਾਇਆ ਕਰੋ ਜੀ ਉੱਤੇ। ਤੁਸੀਂ ਸੋਚ ਕੇ ਦੇਖੋ ਵੀ ਤੁਸੀਂ ਕੀ ਕੀ ਕਰਦੇ ਹੋ। ਜਸਟ ਇਮੇਜਿਨ। ਸਭ ਕੁਝ ਕਰਨ ਦੇ ਬਾਵਜੂਦ ਫਿਰ ਆਪਾਂ ਕਹੀਏ ਵੀ ਆਪਾਂ ਪੜ੍ਹਨਾ ਨਹੀਂ ਹੈ, ਫਿਰ ਕੀ ਹੈ? ਰਿਜ਼ਲਟ ਇਜ਼ 0। ਠੀਕ ਇਸੇ ਤਰੀਕੇ ਦੇ ਨਾਲ ਪ੍ਰਣਾਲੀ, ਕਿਸੇ ਵੀ ਦੇਸ਼ ਦੀ ਪ੍ਰਣਾਲੀ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਦੀ ਹੈ, ਪਰ ਲੋਕਾਂ ਨੂੰ ਬਦਲੇ ਵਿੱਚ ਪ੍ਰਣਾਲੀ ਨੂੰ ਸਾਥ ਦੇਣਾ ਪੈਂਦਾ ਹੈ। ਉਹ ਸਾਥ ਭਾਵੇਂ ਤੁਸੀਂ ਪ੍ਰਣਾਲੀ ਦੇ ਕਰਾਂ ਦੀ ਅਦਾਇਗੀ ਕਰੋ, ਪੈਸੇ ਵੱਲੋਂ ਹੈਲਪ ਕਰੋ, ਪ੍ਰਣਾਲੀ ਦੇ ਕੰਮਾਂ ਵਿੱਚ ਭਾਗ ਲਓ, ਚੰਗੇ ਨਾਗਰਿਕ ਬਣੋ, ਚੰਗੀ ਤਰੀਕੇ ਨਾਲ ਵੋਟ ਪਾਓ, ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੋ, ਪ੍ਰਣਾਲੀ ਦਾ ਸਾਥ ਦਿਓ, ਦੇਸ਼ ਨੂੰ ਪਿਆਰ ਕਰੋ, ਦੇਸ਼ ਨੂੰ ਰਿਸਪੈਕਟ ਕਰੋ, ਦੇਸ਼ ਭਗਤੀ ਦੀ ਭਾਵਨਾ, ਸੈਨਾ ਵਿੱਚ ਭਰਤੀ ਹੋਵੋ, ਦੇਸ਼ ਦੇ ਲਈ ਕੋਈ ਖਾਸ ਕੰਮ ਕਰੋ। ਜਿਸ ਦੇਸ਼ ਦੇ ਲੋਕ ਪੂਰਾ ਸਾਥ ਪ੍ਰਣਾਲੀ ਨੂੰ ਦੇਣਗੇ, ਉਸ ਦੇਸ਼ ਦੇ ਲੋਕਾਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ। ਉੱਥੇ ਜ਼ਿਆਦਾ ਮੰਗਾਂ ਪੂਰੀਆਂ ਹੋਣਗੀਆਂ, ਜਿੱਥੇ ਸਾਥ ਨਹੀਂ ਦੇਣਗੇ ਉੱਥੇ ਘੱਟ ਮੰਗਾਂ ਪੂਰੀਆਂ ਹੋਣਗੀਆਂ। ਸਮਝ ਆ ਗਈ? ਹੁਣ ਮੈਂ ਤੁਹਾਨੂੰ ਕੀ ਕਰਾਇਆ ਕਿ ਪ੍ਰਣਾਲੀ ਦਾ ਮੁੱਖ ਕੰਮ ਕੀ ਹੈ? ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ। ਨਿਵੇਸ਼ ਕੀ ਹੈ? ਲੋਕਾਂ ਦੀਆਂ ਮੰਗਾਂ। ਨਿਕਾਸ ਕੀ ਹੈ? ਮੰਗਾਂ ਸੰਬੰਧੀ ਲਏ ਗਏ ਨਿਰਣੇ। ਸੋ ਪ੍ਰਣਾਲੀ ਦਾ ਕੰਮ ਹੈ ਕਿ ਲੋਕੀ ਮੰਗਾਂ ਰੱਖੀ ਜਾਂਦੇ, ਪ੍ਰਣਾਲੀ ਉਹਨਾਂ ਨਿਰਣਿਆਂ ਨੂੰ ਪੂਰਾ ਕਰੀ ਜਾਂਦੀ ਹੈ। ਇਸ ਨੂੰ ਆਪਾਂ ਕਹਿੰਦੇ ਹਾਂ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ। ਫਿਰ ਮੈਂ ਤੁਹਾਨੂੰ ਦੱਸਦਾ ਨਿਵੇਸ਼ ਮੰਗਾਂ ਕਿੰਨੀ ਤਰ੍ਹਾਂ ਦੀਆਂ। ਅੱਗੇ ਮੈਂ ਤੁਹਾਨੂੰ ਦੱਸਿਆ ਕਿ ਮੰਗਾਂ ਪੂਰੀਆਂ ਕਰਨ ਲਈ ਸਾਨੂੰ ਸਾਥ ਦੇਣਾ ਪੈਂਦਾ, ਦੈਟ ਇਜ਼ ਕਾਲਡ ਨਿਵੇਸ਼ ਸਮਰਥਨ। ਇਨਪੁਟ ਸਪੋਰਟ ਸਾਨੂੰ ਕਿਸ ਕਿਸ ਤਰ੍ਹਾਂ ਦੀ ਜ਼ਰੂਰੀ ਹੈ ਇਹ, ਠੀਕ ਹੈ ਜੀ। ਬਾਕੀ ਅਸੀਂ ਅਗਲਾ ਚੈਪਟਰ ਫੇਰ ਕਰਾਂਗੇ, ਮਤਲਬ ਚੈਪਟਰ ਦਾ ਬਾਕੀ ਹਿੱਸਾ। ਮੇਰੇ ਹਿਸਾਬ ਨਾਲ ਚੌਥੀ ਕਲਾਸ ਹੈ, ਮੈਨੂੰ ਥੋੜਾ ਟਾਈਮ ਨਹੀਂ ਮਿਲਿਆ ਸੈਟਰਡੇ ਸੰਡੇ, ਅਦਰਵਾਈਜ਼ ਮੈਂ ਇਸ ਲੈਸਨ ਦੀਆਂ 4 ਵੀਡੀਓਜ਼ YouTube ਤੇ ਆਲਰੇਡੀ ਪਾ ਚੁੱਕੀ ਹਾਂ। ਜਿੰਨੀਆਂ 7-8 ਕਲਾਸਾਂ ਇਸ ਲੈਸਨ ਦੀਆਂ ਲੱਗਣਗੀਆਂ ਮੈਂ ਪਾ ਦਾਂਗੀ। ਇਹ ਲੈਸਨ ਤੁਹਾਡਾ ਜੁਲਾਈ 'ਚ 10 ਨੰਬਰ ਦਾ ਪੇਪਰ, 20 ਨੰਬਰ ਦਾ ਪੇਪਰ ਆਏਗਾ ਜੁਲਾਈ ਦਾ, ਜਿਹਦੇ 'ਚ 10 ਨੰਬਰ ਦਾ ਪੇਪਰ ਇਸ ਲੈਸਨ 'ਚੋਂ ਹੈ, 10 ਨੰਬਰ ਦਾ ਬਾਕੀ 2 ਲੈਸਨਾਂ 'ਚੋਂ। ਸੋ ਇਹਨੂੰ ਕਰ ਲਿਓ, ਠੀਕ ਹੈ ਜੀ। 24 ਤਰੀਕ ਤੋਂ ਸਾਡੇ ਸਕੂਲ ਖੁੱਲ ਜਾਣੇ ਹੈ। ਜਿਹੜਾ ਬੱਚਾ ਸਕੂਲ ਆ ਕੇ ਕੁਝ ਪੁੱਛਣਾ ਚਾਹੁੰਦਾ, ਕੋਈ ਡਾਊਟ ਹੈ ਤਾਂ ਉਹ ਕਰ ਲਵੇ। ਬਾਕੀ ਸੰਜੀਵ ਭਾਰਤੀ, ਜਿਹੜੇ ਜਸ਼ਨ ਵਰਗੇ ਬੱਚੇ ਨੇ ਜਿਹੜੇ ਕਹਿੰਦੇ ਨੇ ਜੀ ਹਾਲੇ ਤੱਕ ਤਾਂ ਅਸੀਂ ਐਪ ਹੀ ਨਹੀਂ ਡਾਊਨਲੋਡ ਕੀਤੀ, ਉਹਨਾਂ ਨੂੰ ਜਰਾ ਦੱਸ ਦਿਓ, ਠੀਕ ਹੈ। ਹੋ ਸਕਦਾ ਹੈ ਬੇਟੇ 24 ਤੋਂ ਬਾਅਦ ਅਸੀਂ ਇਸੇ ਉੱਤੇ ਕੰਮ ਕਰੀਏ, ਹੋ ਸਕਦਾ ਅਸੀਂ ਮੀਟ ਦੇ ਉੱਤੇ ਲਗਾ ਲਿਆ ਕਰੀਏ, ਠੀਕ ਹੈ ਜੀ। ਇੰਨਾ ਕਰ ਲਿਓ। ਮੈਡਮ ਫਿਰ ਗੱਲ ਸੁਣ, ਸੰਜੀਵ
ਸੰਜੀਵ ਮੇਰੀ ਗੱਲ ਸੁਣੋ, ਕਿਸੇ ਨੂੰ ਕੋਈ ਨੋਟਸ ਨਹੀਂ ਪਾਏ ਜਾਂਦੇ ਜੋ ਮੈਂ ਕਰਾ ਰਹੀ ਓਕੇ ਹਾਂ। ਮੈਮ। ਕਿਸੇ ਨੂੰ ਕੋਈ ਵੀ ਬੱਚਾ ਮੰਗੇ ਤੇ ਵੀ ਆਪਾਂ ਨੇ ਨੋਟਸ ਨਹੀਂ ਪਾਣੇ, ਨਹੀਂ ਕਹਿੰਦੀ ਹੈ ਨਾ ਪਾਉਣੇ, ਨਹੀਂ ਪਾਉਣੇ। ਜਿਹਨੂੰ ਭੁੱਖ ਨਹੀਂ ਹੈ ਮੈਮ। ਉਹਨੂੰ ਰੋਟੀ ਖਾਣ ਨੂੰ ਨਾ ਦਿਓ, ਜਿਹੜਾ ਪੜ੍ਹਨਾ ਨਹੀਂ ਚਾਹੁੰਦਾ ਜੀ। ਉਹਨੂੰ ਕੋਈ ਲੋੜ ਨਹੀਂ ਉਹਨੂੰ ਦਿਓ। ਠੀਕ ਹੈ ਜੀ। ਇੱਕ ਗੱਲ ਸੁਣਿਓ ਜੀ। ਹਾਂਜੀ ਉਹ ਮੈਡਮ